ਸਵਾਲਾਂ ਜਵਾਬਾਂ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਤੇ ਸਤਿਕਾਰਯੋਗ ਬਾਪੂ ਜੀ ਨੂੰ ਫਤਿਹ ਬੁਲਾਉਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਸਾਡੇ ਕੋਲ ਹੋਰ ਸਵਾਲ ਵੀ ਪਹੁੰਚ ਚੁੱਕੇ ਨੇ ਤੇ ਬੜੇ ਵਧੀਆ ਸਵਾਲ ਨੇ ਇਹ ਤੇ ਮੈਂ ਵੀ ਚਾਹੁੰਦੀ ਆ ਕਿ ਇਹਨਾਂ ਦੇ ਜਵਾਬ ਮੈਨੂੰ ਵੀ ਮਿਲਣ। ਸੋ ਆਪਾਂ ਸਵਾਲਾਂ ਜਵਾਬਾਂ ਦਾ ਇਹ ਸਿਲਸਿਲਾ ਅੱਜ ਦਾ ਜਿਹੜਾ ਉਹ ਸ਼ੁਰੂ ਕਰ ਲਈਏ ਤੇ ਭਾਗ ਹੈ 51ਵਾਂ ਤੇ 451ਵਾਂ ਜਿਹੜਾ ਸਵਾਲ ਹੈ ਜਿਹੜਾ ਮੈਂ ਤੁਹਾਡੇ ਨਾਲ ਪਹਿਲਾਂ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ ਹਾਂ। ਇਹ ਗੁਰਤੇਜ ਸਿੰਘ ਜੀ ਕੈਨੇਡਾ ਤੋਂ ਨੇ ਤੇ ਲਿਖਦੇ ਨੇ ਕਿ ਏਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ। ਇਸ ਸ਼ਬਦ ਰਾਹੀਂ ਗੁਰੂ ਨਾਨਕ ਸਾਹਿਬ ਨੇ ਕਿਸ ਨੂੰ ਸੰਬੋਧਨ ਕੀਤਾ ਹੈ ਜਾਂ ਉਲਾਮਾ ਦਿੱਤਾ ਹੈ? ਜੇਕਰ ਉਹਨਾਂ ਨੇ ਰੱਬ ਨੂੰ ਕਿਹਾ ਤਾਂ ਗੁਰਬਾਣੀ ਵਿੱਚ ਹੀ ਲਿਖਿਆ ਹੈ ਕਿ ਰੱਬ ਇਨਸਾਨ ਤੋਂ ਵੱਖਰਾ ਨਹੀਂ, ਫਿਰ ਉਲਾਮਾ ਭਲਾ ਕਿਸ ਨੂੰ ਹੋਇਆ? ਸੋ ਇਸ ਸਵਾਲ ਦਾ ਉਹ ਜਵਾਬ ਮੰਗਦੇ ਨੇ। ਪਹਿਲੀ ਗੱਲ ਤਾਂ ਇਹਨਾਂ ਨੇ ਜੇ ਧਿਆਨ ਨਾਲ ਕਿਤੇ ਸੁਣਿਆ ਹੋਵੇ, ਮੈਂ 4 ਭਾਗਾਂ ਦੇ ਵਿੱਚ ਏਤੀ ਮਾਰ ਪਈ ਕਰਲਾਣਾ ਇਹ ਸ਼ਬਦ ਦੇ ਅਰਥ ਕਰਕੇ YouTube ਤੇ Facebook ਤੇ ਪਾ ਚੁੱਕਿਆ ਹੋਇਆ। ਉੱਥੋਂ ਪੂਰੇ ਵਿਸਥਾਰ ਨਾਲ ਇਹ ਸੁਣ ਸਕਦੇ ਨੇ। ਇਹਦੇ ਕਾਰਨ ਕਰਕੇ ਕੁਝ ਵਿਰੋਧੀਆਂ ਨੇ ਰੌਲਾ ਵੀ ਬੜਾ ਪਾਇਆ ਸੀ ਕਿ ਇਹ ਤਾਂ ਨਵੇਂ ਅਰਥ ਕਰਨ ਲੱਗਿਆ ਹੋਇਆ ਹੈ ਤੇ ਇਹ ਤਾਂ ਆਪ ਹੀ ਇਹਨੂੰ ਮਤ ਨਹੀਂ ਹੈ, ਬਹੁਤ ਤਰ੍ਹਾਂ ਦੇ ਇਲਜ਼ਾਮ ਲਾਏ ਸੀ। ਪਰ ਨਵੀਨਤਾ ਅਤੇ ਖੋਜ ਹੋਣੀ ਇਹ ਸਦਾ ਹੀ ਜਾਰੀ ਰਹਿਣੀ ਚਾਹੀਦੀ ਹੈ, ਤਾਂ ਹੀ ਸਾਡਾ ਮਾਨਸਿਕ ਵਿਕਾਸ ਹੋਵੇਗਾ। ਜਦੋਂ ਅਸੀਂ ਖੋਜ ਕਰਦੇ ਹਾਂ, ਵਿਗਿਆਨੀਆਂ ਤੋਂ ਵੀ ਕਈ ਵਾਰੀ ਗਲਤੀਆਂ ਹੋਈਆਂ ਨੇ ਤੇ ਕਈ ਵਿਗਿਆਨੀ ਆਪਣੀਆਂ ਦਵਾਈਆਂ ਜਾਂ ਆਪਣੀਆਂ ਬਣਾਈਆਂ ਚੀਜ਼ਾਂ ਟੈਸਟ ਕਰਦੇ ਹੋਏ ਮੌਤ ਦੇ ਮੂੰਹ 'ਚ ਵੀ ਜਾ ਪਏ ਨੇ। ਉਹਨਾਂ ਤੋਂ ਵੀ ਗਲਤੀਆਂ ਏਡੀਆਂ ਵੱਡੀਆਂ ਵੀ ਹੋਈਆਂ ਨੇ, ਪਰ ਧੰਨ ਹੈ ਦਲੇਰੀ ਉਹਨਾਂ ਦੀ, ਉਹ ਖੋਜ ਕਰਨ ਤੋਂ ਨਹੀਂ ਹਟੇ ਕਿ ਮੈਂ ਆਪਣੇ ਉੱਤੇ ਟੈਸਟ ਕਰਾਂ ਤਾਂ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ। ਇਸ ਤਰ੍ਹਾਂ ਗੁਰਬਾਣੀ ਦੇ ਇਤਿਹਾਸ ਦੇ ਅਤੇ ਮਨੁੱਖਤਾ ਦੇ ਭਲੇ ਵਾਸਤੇ ਹੋਰ ਜਿਹੜੀਆਂ ਖੋਜਾਂ ਨੇ ਉਹ ਲਗਾਤਾਰ ਜਾਰੀ ਰਹਿਣੀਆਂ ਚਾਹੀਦੀਆਂ ਨੇ। ਇੱਥੇ ਮੈਂ ਦੱਸਣਾ ਚਾਹੁੰਦਾ ਕਿ ਏਤੀ ਮਾਰ ਪਈ ਕਰਲਾਣਾ ਉੱਥੇ ਬਾਬਰ ਨੂੰ ਸੰਬੋਧਨ ਹੈ ਤੇ ਬਾਬਰ ਦੇ ਬਾਰੇ ਸਿੱਖ ਮਿਸ਼ਨਰੀ ਕਾਲਜ ਨੇ ਇੱਕ ਕਿਤਾਬ ਛਾਪਿਆ ਹੋਇਆ ਸੀ। ਉਹਦੇ ਵਿੱਚ 4 ਸ਼ਬਦ ਜਿਹੜੇ ਬਾਬਰ ਦੇ ਨਾਲ ਸੰਬੰਧਿਤ ਸਨ ਉਹ ਲੈ ਕੇ ਉਸ ਕਿਤਾਬਚੇ ਦਾ ਨਾਮ ਉਹਨਾਂ ਨੇ ਬਾਬਰ ਬਾਣੀ ਰੱਖਿਆ ਹੋਇਆ ਸੀ। ਤੇ ਕਈਆਂ ਨੇ ਇਤਰਾਜ਼ ਕੀਤਾ ਕਿ ਬਾਬਰ ਦੀ ਬਾਣੀ ਥੋੜਾ, ਇਹ ਤਾਂ ਗੁਰੂ ਨਾਨਕ ਦੀ ਬਾਣੀ ਹੈ। ਫਿਰ ਉਹਦਾ ਜਵਾਬ ਉਹ ਦਿੰਦੇ ਸੀ ਕਿ ਸੰਬੋਧਨ ਲਿਖੀ ਗਈ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਤਾਂ ਇੱਥੋਂ ਕੁਝ ਲੋਕਾਂ ਦੇ ਮਨ ਸ਼ਾਂਤ ਹੋਏ, ਭਾਵ ਕਿ ਇੱਥੇ ਏਤੀ ਮਾਰ ਪਈ ਕਰਲਾਣਾ ਗੁਰੂ ਨਾਨਕ ਸਾਹਿਬ ਨੇ ਇੱਥੇ ਸਾਫ਼ ਲਿਖਿਆ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਉਹ ਸਾਰੇ ਇਸ ਸ਼ਬਦ ਦੇ ਰਾਹੀਂ ਲੋਕਾਂ ਦੇ ਅੱਗੇ ਜੋ ਬਾਬਰ ਨੇ ਜ਼ੁਲਮ ਕੀਤਾ ਸੀ ਭਾਰਤ ਦੇ ਉੱਤੇ ਉਹ ਸਾਰਾ ਬਿਆਨ ਕੀਤਾ ਗਿਆ। ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਰਕਾਤੀ ਮੁਨੀ ਗਲ ਵਿੱਚ ਧੂੜ। ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ ਤੇ ਉਹ ਸ਼ਬਦਾਂ ਦੇ ਰਾਹੀਂ ਬਾਬਰ ਨੂੰ ਸੰਬੋਧਨ ਕਰਕੇ ਦੱਸਿਆ ਕਿ ਐ ਬਾਬਰ, ਤੂੰ ਜਿਹੜਾ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀ ਮਾਰੇ ਪੈ ਬੱਗੈ ਖਸਮੈ ਸਾ ਪਰਸਾਈ। ਤੇ ਜੇ ਤਕੜਾ ਬੰਦਾ ਤਕੜੇ ਨਾਲ ਮੁਕਾਬਲਾ ਕਰੇ, ਉਹਨੂੰ ਮਾਰੇ ਤਾਂ ਇੰਨਾ ਰੋਸ ਨਹੀਂ ਹੁੰਦਾ ਕਿਉਂਕਿ ਮੁਕਾਬਲਾ ਚੱਲ ਰਿਹਾ, ਇੱਕ ਨੇ ਹਾਰਨਾ ਹੈ, ਇੱਕ ਨੇ ਜਿੱਤਣਾ ਹੈ। ਪਰ ਜਿਹੜਾ ਨਿਹੱਥੇ ਲੋਕ ਨੇ, ਕਮਜ਼ੋਰ ਲੋਕ ਨੇ, ਜਿਹੜੇ ਜੰਗ 'ਚ ਹਿੱਸਾ ਹੀ ਨਹੀਂ ਲੈ ਰਹੇ ਤੇ ਉਹਨਾਂ ਨੂੰ ਤੂੰ ਕਤਲ ਕਰੀ ਜਾ ਰਿਹਾ, ਤੇਰੇ ਸਿਪਾਹੀ ਉਹਨਾਂ ਤੇ ਜ਼ੁਲਮ ਕਰੀ ਜਾ ਰਹੇ ਨੇ। ਐ ਬਾਬਰ, ਇਹ ਬਹੁਤ ਵੱਡਾ ਜ਼ੁਲਮ ਕਰ ਰਹੇ ਹੈ, ਮੈਨੂੰ ਤੇਰੇ ਤੇ ਸਖਤ ਰੋਸ ਹੈ। ਤੈਨੂੰ ਤਰਸ ਨਹੀਂ ਆਇਆ ਇਹਨਾਂ ਗਰੀਬ ਲੋਕਾਂ ਤੇ? ਤੂੰ ਫੌਜਾਂ ਨਾਲ ਤੇ ਆਪਣੀਆਂ ਫੌਜਾਂ ਦਾ ਮੁਕਾਬਲਾ ਕਰਵਾ ਲੈ, ਪਰ ਗਰੀਬਾਂ ਤੇ ਐਡਾ ਜ਼ੁਲਮ ਨਾ ਕਰਵਾ, ਆਪਣੀ ਫੌਜ ਨੂੰ ਰੋਕ। ਤੇ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਦੋਂ ਬਾਬਰ ਦੇ ਨਾਲ ਸਾਹਮਣੇ ਜਾ ਕੇ ਵੀ ਇਹੋ ਹੀ ਰੋਸ ਗੁਰੂ ਨਾਨਕ ਨੇ ਪ੍ਰਗਟ ਕੀਤਾ ਕਿ ਐ ਬਾਬਰ, ਤੁਸੀਂ ਇਹਨਾਂ ਲੋਕਾਂ ਨੂੰ ਜਿਹੜੇ ਗਰੀਬ ਨੇ ਇਹਨਾਂ ਨੂੰ ਘੇਰ ਕੇ ਬਿਠਾਇਆ, ਇਹਨਾਂ ਤੇ ਮਾਰ ਕੁੱਟ ਕਰ ਰਹੇ ਹੋ, ਜ਼ੁਲਮ ਕਰ ਰਹੇ ਹੋ, ਔਰਤਾਂ ਨਾਲ ਬੇਅੰਤ ਭੱਦਾ ਵਿਹਾਰ ਕਰ ਰਹੇ ਹੋ। ਇਹ ਤੇਰੇ ਇੱਕ ਰਾਜੇ ਹੋਣ ਦੇ ਨਾਤੇ ਤੈਨੂੰ ਸੋਭਾ ਨਹੀਂ ਦਿੰਦਾ, ਚੰਗੇ ਰਾਜੇ ਇਸ ਤਰ੍ਹਾਂ ਨਹੀਂ ਕਰਿਆ ਕਰਦੇ। ਤੇ ਬਾਬਰ ਨੇ ਗੁਰੂ ਨਾਨਕ ਸਾਹਿਬ ਦੀਆਂ ਇਹ ਜਿਹੜੀਆਂ ਚੀਜ਼ਾਂ ਗੱਲਾਂ ਬਾਤਾਂ ਸੁਣ ਕੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗਰੀਬਾਂ ਤੇ ਕੋਈ ਜ਼ੁਲਮ ਨਾ ਕੀਤਾ ਜਾਵੇ, ਔਰਤਾਂ ਨਾਲ ਮੰਦਾ ਵਿਹਾਰ ਨਾ ਕੀਤਾ ਜਾਵੇ। ਇਹ ਜਿਹੜਾ ਲਾਂਭਾ ਸੀ ਬਾਬਰ ਨੂੰ ਦਿੱਤਾ ਗਿਆ ਸੀ, ਨਾ ਕਿ ਰੱਬ ਨੂੰ ਦਿੱਤਾ ਗਿਆ ਸੀ। ਸਾਡੇ ਅਰਥਾਂ ਦੇ ਅਨਰਥ ਕਰਦਿਆਂ
बहुत सारे लोग रब नूं उलांभे दवाई जाते हैं। असल दे विच इस तरह नहीं सी। रब ने जे उलांभे गुरु नानक साहब ने रब नूं देने सी ते फिर रब ने बाबर नूं भेजिया काहनूं सी? जे आपां मन लईए सारे काम रब करदा है ते फिर बाबर नूं रब ने भेजिया सी। जहांगीर नूं जुल्म करन वास्ते रब ने भेजिया सी। औरंगजेब नूं रब ने जुल्म करन लाया सी। जां फिर कहंदे ने गोरिਆਂ ने इत्थे आके इन्ने जुल्म कीते अंग्रेਜ਼ਾਂ ने, ਉਹ भी रब ने भेजे सी। इत्थे ब्राह्मण पुजारी शूदर लोकां ते 5000 साल तक जुल्म करन वास्ते ਉਹ रब ने ड्यूटी लाई सी ਉਹਦੀ। पर गुरु नानक साहब ने इन्हां सारे बुरे ਕੰਮਾਂ ਦੇ ਵਿਰੁੱਧ ਜ਼ਬਰਦਸਤ ਆਵਾਜ਼ ਉਠਾਈ ਹੈ। ਲੋਕਾਂ ਨੂੰ ਅਕਲਮੰਦ ਅਤੇ ਹਿੰਮਤੀ ਬਣਾਉਣ ਵਾਸਤੇ ਆਪਣਾ ਉਪਰਾਲਾ ਕੀਤਾ ਹੈ, ਤਾਂ ਕਿ ਜਿਹੜਾ ਕੁਝ ਤੁਹਾਡੇ ਨਾਲ ਹੋ ਰਿਹਾ ਉਹਨੂੰ ਦੂਰ ਕਰਨ ਵਾਸਤੇ ਆਪਣਾ ਤਕੜੇ ਹੋਵੋ, ਯੋਗਦਾਨ ਪਾਵੋ, ਜਥੇਬੰਦ ਹੋਵੋ, ਸਿਆਣੇ ਬਣੋ। ਇਹ ਰੱਬ ਨੂੰ ਉਲਾਂਭਾ ਨਹੀਂ ਹੈ, ਇਹ ਤੇ ਬਾਬਰ ਨੂੰ ਉਲਾਂਭਾ ਹੈ। ਤੋਂ ਇਸ ਪਾਸੇ ਆਪਣੀ ਜ਼ਿੰਦਗੀ ਦਾ ਮਾਨਸਿਕ ਪੱਧਰ ਮੋੜਨ ਦਾ ਆਪਾਂ ਉਪਰਾਲਾ ਕਰੀਏ। बहुत बहुत धन्नवाद जी। बहुत वधिया आप जी ने समझाया ते एक वखरी तरह दे ਜਿਹੜੇ ਸੱਚਮੁੱਚ ਮਨ ਨੂੰ ਲੱਗਦੇ ਨੇ ਇਹ ਅਰਥ ਨੇ। ਕਿਉਂਕਿ ਜਦੋਂ ਰੱਬ ਨੂੰ ਲਾਂਭੇ ਦੇਣ ਵਾਲੀ ਗੱਲ ਹੈ ਤਾਂ ਮੈਨੂੰ ਵੀ ਕਿਤੇ ਨਾ ਕਿਤੇ ਤਾਂ ਹੋਰ ਵੀ ਕਈ ਸਿਆਣੇ ਵੀਰ ਭੈਣ ਨੇ ਜਿਹੜੇ ਉਹਨਾਂ ਨੂੰ ਇਹ ਮਹਿਸੂਸ ਜ਼ਰੂਰ ਹੁੰਦਾ ਸੀ ਕਿ ਕੀ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਰੱਬ ਨੂੰ ਲਾਂਭਾ ਦੇ ਸਕਦੇ ਨੇ ਕਿ ਇਸ ਤਰੀਕੇ ਦੇ ਨਾਲ ਜਿਹੜਾ ਇਹ ਪੂਰਾ ਸ਼ਬਦ ਆ ਤੇ ਉਹ ਵੈਰਾਗਮਈ ਸ਼ਬਦ ਇਹ ਰੱਬ ਨੂੰ ਕਹਿ ਰਹੇ ਹੋਣਗੇ ਵੀ ਨਹੀਂ, ਕਿਤੇ ਨਾ ਕਿਤੇ ਕੋਈ ਗਲਤੀ ਜ਼ਰੂਰ ਹੋਈ ਹੈ ਅਰਥ ਕਰਨ ਦੇ ਵਿੱਚ। ਸੋ ਅੱਜ ਆਪ ਜੀ ਨੇ ਸਪਸ਼ਟ ਕਰ ਦਿੱਤਾ, ਬਹੁਤ ਧੰਨਵਾਦ। ਤੇ 452ਵਾਂ ਜਿਹੜਾ ਸਵਾਲ ਹੈ ਨਾ ਅਗਲਾ, ਉਹ ਵੀ ਗੁਰਤੇਜ ਸਿੰਘ ਜੀ ਕੈਨੇਡਾ ਹੁਰਾਂ ਵੱਲੋਂ ਹੀ ਹੈ। ਤੇ ਉਹ ਕਹਿ ਰਹੇ ਨੇ ਬਾਪੂ ਜੀ ਕਿ ਸਰੋਵਰ ਦੇ ਇਸ਼ਨਾਨ ਕਰਨ ਨਾਲ ਦੁੱਖ ਤਕਲੀਫ ਦੂਰ ਹੁੰਦੇ ਨੇ। ਸਾਡੇ ਗਿਆਨੀ ਪ੍ਰਚਾਰਕ ਇਹੀ ਪ੍ਰਚਾਰਦੇ ਨੇ, ਉਹ ਵੀ ਤਾਂ ਪਾਣੀ ਵਰਗਾ ਪਾਣੀ ਹੈ ਜਿਹੜਾ ਸਰੋਵਰ ਦਾ ਪਾਣੀ ਹੈ। ਤੇ ਅੱਗੋਂ ਕਹਿੰਦੇ ਨੇ ਬਾਪੂ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ, ਸਵਾਲਾਂ ਜਵਾਬਾਂ ਦਾ ਇਹ ਸਿਲਸਿਲਾ ਕਿਰਪਾ ਕਰਕੇ ਜਾਰੀ ਰੱਖਿਓ। ਸੋ ਆਪ ਜੀ ਜਵਾਬ ਦਿਓ ਜੀ। ਪਹਿਲੀ ਗੱਲ ਤਾਂ ਬਹੁਤ ਧੰਨਵਾਦ ਉਹਨਾਂ ਦਾ ਪਸੰਦ ਕਰਨ ਵਾਸਤੇ। ਤੇ ਸਰੋਵਰਾਂ ਬਾਰੇ ਪਹਿਲਾਂ ਵੀ ਕਈ ਵਾਰੀ ਜਵਾਬ ਦਿੱਤੇ ਜਾ ਚੁੱਕੇ ਨੇ, ਪਰ ਸੰਖੇਪ ਰੂਪ ਦੇ ਵਿੱਚ ਇਹ ਜਿਹੜੇ ਸਰੋਵਰ ਸੀ ਅਸਲ ਦੇ ਵਿੱਚ ਪਾਣੀ ਦੀਆਂ ਲੋੜਾਂ ਵਾਸਤੇ ਉਹਨਾਂ ਜ਼ਮਾਨਿਆਂ 'ਚ ਟੋਏ ਟੋਬੇ ਡੂੰਘੇ ਪੱਟ ਕੇ ਮੀਂਹ ਦਾ ਪਾਣੀ ਇੱਕ ਥਾਂ ਤੇ ਇਕੱਠਾ ਕੀਤਾ ਜਾਂਦਾ ਸੀ। ਹੌਲੀ ਹੌਲੀ ਉਹ ਪਾਣੀ ਨਿੱਤਰ ਜਾਂਦਾ ਸੀ, ਸਾਫ਼ ਹੋ ਜਾਂਦਾ ਸੀ। ਪੀਣ ਵਾਸਤੇ, ਕੱਪੜੇ ਧੋਣ ਵਾਸਤੇ ਅਤੇ ਹੋਰ ਲੋੜਾਂ ਪੂਰੀਆਂ ਕਰਨ ਵਾਸਤੇ ਉਸ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ। ਤੇ ਬਹੁਤੇ ਉਦੋਂ ਵੀ ਪਿਛਲੇ ਸਮੇਂ 'ਚ ਜਦੋਂ ਚਲੇ ਜਾਈਏ ਤਾਂ ਆਮ ਤੌਰ ਤੇ ਆਬਾਦੀ ਹੈ ਜਿਹੜੀ ਉਹ ਪਾਣੀ ਦੀ ਮੁੱਖ ਲੋੜ ਹੋਣ ਕਰਕੇ ਉਹ ਦਰਿਆਵਾਂ ਦੇ ਕਿਨਾਰੇ ਹੀ ਪਿੰਡ ਵਗੈਰਾ ਵਸਦੇ ਸੀ। ਤੁਸੀਂ ਕਦੇ ਵੀ ਧਿਆਨ ਮਾਰ ਕੇ ਵੇਖ ਲੈਣਾ, ਪੁਰਾਣੇ ਸ਼ਹਿਰ ਨੇ ਜਿਹੜੇ ਉਹ ਦਰਿਆਵਾਂ ਦੇ ਕਿਨਾਰੇ ਵਸੇ ਹੋਏ ਨੇ, ਕਿਉਂਕਿ ਦਰਿਆ ਦੇ ਪਾਣੀ ਨਾਲ ਜ਼ਿੰਦਗੀ ਦੀਆਂ, ਪਾਣੀ ਦੀਆਂ ਸਾਰੀਆਂ ਲੋੜਾਂ ਸੌਖੀਆਂ ਪੂਰੀਆਂ ਹੋ ਜਾਂਦੀਆਂ ਨੇ। ਤੇ ਸਮੇਂ ਨੇ ਕਰਵਟ ਲਈ, ਲੋਕਾਂ ਨੇ ਕਾਢਾਂ ਕੱਢੀਆਂ ਤਰ੍ਹਾਂ ਤਰ੍ਹਾਂ ਦੀਆਂ, ਉਹਨਾਂ ਦੇ ਵਿੱਚੋਂ ਨਦੀਆਂ ਨਾਲੇ ਬਾਹਰ ਨਿਕਲੇ ਦਰਿਆਵਾਂ ਚੋਂ, ਤੇ ਜਾਂ ਫਿਰ ਖੂਹ ਲੱਗਣੇ ਸ਼ੁਰੂ ਹੋਏ। ਇਸ ਤਰ੍ਹਾਂ ਬਾਰ-ਬਾਰ ਆਬਾਦੀ ਫਿਰ ਫੈਲਣ ਲੱਗ ਪਈ। ਤਾਂ ਉਹ ਜਿਹੜੇ ਪਿੰਡ ਵਸੇ ਨੇ ਉਹ ਮੀਂਹ ਦਾ ਪਾਣੀ ਟੋਭਿਆਂ 'ਚ ਇਕੱਠਾ ਕਰਦੇ ਸੀ। ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਹੈ ਇਹਦਾ ਨਾਮ ਸਤਿਕਾਰ ਦੇ ਨਾਲ ਭਾਵੇਂ ਅਸੀਂ ਸਰੋਵਰ ਕਹਿੰਦੇ ਆ, ਇਹ ਵੀ ਉੱਥੋਂ ਦੇ ਲੋਕਾਂ ਦੀ ਪਾਣੀ ਪੀਣ ਦੀ ਅਤੇ ਬਾਕੀ ਲੋੜਾਂ ਦੀ ਪੂਰਤੀ ਵਾਸਤੇ ਇੱਕ ਡੂੰਘਾ ਟੋਆ ਪੁੱਟਿਆ ਸੀ, ਜਿਹਨੂੰ ਅਸੀਂ ਸਰੋਵਰ ਕਹਿੰਦੇ ਆ। ਮੀਂਹ ਦਾ ਪਾਣੀ ਇਕੱਠਾ ਕੀਤਾ ਜਾਂਦਾ ਸੀ। ਤੁਸੀਂ ਆਪ ਧਿਆਨ ਮਾਰ ਕੇ ਵੇਖ ਲੈਣਾ, ਇਹ ਜਿਹੜਾ ਸਰੋਵਰ ਹੈ ਬਾਕੀ ਸ਼ਹਿਰ ਦੇ ਆਲੇ ਦੁਆਲੇ ਦੇ ਇਲਾਕੇ ਨਾਲੋਂ ਨੀਵੀਂ ਥਾਂ ਤੇ ਬਣਿਆ ਹੋਇਆ ਹੈ। ਇਹ ਨੀਵੀਂ ਥਾਂ ਤੇ ਐਵੇਂ ਨਹੀਂ ਬਣਿਆ, ਪਾਣੀ ਮੀਂਹ ਦਾ ਨੀਵੇਂ ਥਾਂ ਤੇ ਸੌਖਿਆਂ ਆਉਂਦਾ ਹੈ ਤੇ ਉੱਥੇ ਉਹਨੂੰ ਰੋਕ ਲਿਆ ਜਾਂਦਾ ਹੈ। ਤੇ ਉੱਥੇ ਜੇ ਉੱਚੇ ਥਾਂ ਤੇ ਸਰੋਵਰ ਬਣਾਇਆ ਹੁੰਦਾ ਤਾਂ ਫਿਰ ਇਹਦੇ 'ਚ ਪਾਣੀ ਨਹੀਂ ਸੀ ਜਾਣਾ। ਜਦੋਂ ਇੱਥੇ ਵੀ ਪਾਣੀ ਬਹੁਤ ਜ਼ਿਆਦਾ ਲੋੜਾਂ ਪੂਰੀਆਂ ਕਰਨ ਵਾਸਤੇ ਆਬਾਦੀ ਵੱਧ ਗਈ ਤੇ ਲੋੜ ਪੂਰੀ ਨਾ ਹੋਈ ਤਾਂ 66 ਖੂਹ ਵੀ ਕਲਾਇਆ ਗਿਆ, ਭਾਵ ਕਿ 6 ਹਰਟ ਉੱਥੇ ਲੱਗੇ ਹੋਏ ਤੇ ਲਗਾਤਾਰ ਉੱਥੇ ਬਲਦ ਅਤੇ ਘੋੜੇ ਵਗੈਰਾ ਜੋੜ ਕੇ ਪਾਣੀ ਕੱਢਿਆ ਜਾਂਦਾ ਸੀ, ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਸੀ। ਜਿਹੜੇ ਚਮੜੇ ਦੇ ਬਣੇ ਚੜਸ, ਜਾਨੀ ਕਿ ਵੱਡੇ ਬੋਕੇ ਜਿਹਨੂੰ ਕਹਿੰਦੇ ਨੇ, ਉਹ ਚਰਸ ਮੈਂ ਆਪ ਦੇਖੇ ਨੇ। ਖੂਹਾਂ ਚੋਂ ਪਾਣੀ ਵੱਡੇ ਬੋਕੇ ਨਾਲ ਕੱਢਿਆ ਜਾਂਦਾ ਸੀ, ਅੱਜ ਵਾਂਗੂ ਪ੍ਰਬੰਧ ਨਹੀਂ ਸੀ। ਤੇ ਮੇਰੀ ਸੁਰਤ 'ਚ ਆਪਣੇ ਪੰਜਾਬ 'ਚ, ਆਪਣੇ ਪਿੰਡਾਂ 'ਚ ਮੇਰੀ ਸੁਰਤ ਦੇ ਵਿੱਚ ਇੰਜਣ ਨਾਲ ਚੱਲਣ ਵਾਲੇ ਬੋਰ ਲੱਗੇ ਨੇ ਤੇ ਉਹ ਬੋਰਾਂ ਨਾਲ ਧਰਤੀ 'ਚੋਂ ਪਾਣੀ ਮੇਰੀ ਸੁਰਤ ਦੇ ਵਿੱਚ ਮੈਂ ਨਿਕਲਦਾ ਵੇਖਿਆ।
ਤੇ ਹੁਣ ਤਾਂ ਅਸੀਂ ਭੁੱਲ ਹੀ ਗਏ ਆ। ਹਰ ਥਾਂ ਤੇ ਬਟਨ ਨੱਪੋ ਤੇ ਪਾਣੀ ਨਿਕਲ ਆਉਂਦਾ ਤੇ ਟੂਟੀਆਂ ਵਗੈਰਾ ਥਾਂ ਥਾਂ ਤੇ ਲੱਗੀਆਂ ਨੇ। ਅੱਗੇ ਇਹ ਸਾਰਾ ਕੁਝ ਨਹੀਂ ਸੀ। ਸੋ ਜੇ ਕਿਤੇ ਪਾਣੀ ਪਵਿੱਤਰ ਹੁੰਦਾ ਜਿਵੇਂ ਕਿ ਪ੍ਰਚਾਰਿਆ ਜਾਂਦਾ ਤਾਂ ਫਿਰ ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈ, ਜਲ ਕੇ ਮਾਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਕੋਈ ਨਰ, ਫਿਰ ਜੋਨੀ ਆਵੈ। ਤੇ ਭਾਈ ਜੇ ਪਾਣੀ 'ਚ ਰਹਿਣ ਨਾਲ ਜਾਂ ਇਸ਼ਨਾਨ ਕਰਨ ਨਾਲ ਪਵਿੱਤਰ ਹੋਈਦਾ, ਫਿਰ ਤਾਂ ਡੱਡੀਆਂ ਮੱਛੀਆਂ 24 ਘੰਟੇ ਪਾਣੀ ਦੇ ਵਿੱਚ ਹੀ ਰਹਿੰਦੀਆਂ ਨੇ, ਉਹ ਤਾਂ ਸਾਡੇ ਨੰਬਰ ਕੱਟ ਕੇ ਸਾਡੇ ਨਾਲੋਂ ਬਹੁਤ ਅੱਗੇ ਲੰਘ ਜਾਣਗੀਆਂ। ਇਸੇ ਤਰ੍ਹਾਂ ਗੁਰਬਾਣੀ ਤਾਂ ਇਥੋਂ ਤੱਕ ਕਹਿੰਦੀ ਹੈ, ਪਾਣੀ ਚਿਤ ਨਾ ਧੋ ਪਈ, ਮੁਖ ਪੀਤਾ ਤੇ ਖਜਾਏ, ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਉਹ ਭਾਈ ਇਹ ਤਾਂ ਮਨ ਨੂੰ ਤਾਂ ਨਹੀਂ ਧੋਂਦਾ ਪਾਣੀ, ਇਹ ਤਾਂ ਪਾਣੀ ਪੀਣ ਦੇ ਨਾਲ ਪਿਆਸ ਬੁਝਦੀ ਹੈ, ਸਰੀਰ ਦੀਆਂ ਲੋੜਾਂ ਪੂਰੀਆਂ ਕਰਦਾ, ਕੱਪੜੇ ਧੋਂਦਾ, ਸਰੀਰ ਧੋਂਦਾ, ਸਾਡੀਆਂ ਬਾਕੀ ਲੋੜਾਂ ਪੂਰੀਆਂ ਹੁੰਦੀਆਂ ਨੇ। ਪਰ ਮਨ ਦੀ ਮੈਲ ਧੋਣ ਵਾਸਤੇ ਗੁਰੂ ਦਾ ਗਿਆਨ ਚਾਹੀਦਾ, ਗਿਆਨ ਦੇ ਨਾਲ ਮਨ ਸਾਫ਼ ਹੁੰਦਾ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ, ਭਾਵ ਕੇ ਪਾਣੀ ਹੀ ਜੀਵ ਦਾ ਮੁੱਢ ਹੈ। ਤੇ ਜੇ ਜੀਵ ਨੂੰ ਖਤਮ ਕਰਨ ਵਾਲਾ ਵੀ ਪਾਣੀ ਹੈ, ਜਿਵੇਂ ਕਿ ਗਲ ਜਾਣਾ, ਸੜ ਜਾਣਾ, ਪਾਣੀ 'ਚ ਸਿੱਟ ਦਿੰਦੇ ਆ, ਉਹ ਗਿੱਲੀ ਚੀਜ਼ ਗਲ ਜਾਂਦੀ ਹੈ, ਇਸ ਤਰ੍ਹਾਂ ਖਤਮ ਵੀ ਇਹ ਕਰ ਦਿੰਦਾ ਹੈ। ਤੋ ਇਹ ਸਾਰੀਆਂ ਉਦਾਹਰਨਾਂ ਗੁਰਬਾਣੀ 'ਚ ਮੌਜੂਦ ਨੇ ਤੇ ਇਹੋ ਜਿਹੀਆਂ ਜਦੋਂ ਆਪਾਂ ਗੁਰਬਾਣੀ ਪੜਾਂਗੇ ਤਾਂ ਹੋਰ ਬੇਅੰਤ ਉਦਾਹਰਨਾਂ ਸਾਨੂੰ ਮਿਲ ਜਾਣਗੀਆਂ। ਪਾਣੀ ਕੱਪੜੇ ਧੋਣੇ, ਸਰੀਰ ਧੋਣਾ, ਲੋੜਾਂ ਪੂਰੀਆਂ ਕਰਨੀਆਂ, ਇਹਦੇ ਵਾਸਤੇ ਹੈ। ਮਨ ਦੀ ਪਵਿੱਤਰਤਾ ਵਾਲੀ ਗੱਲ ਇਹਨੂੰ ਕੱਢ ਦਿਓ। ਇਹ ਗੁਰਬਾਣੀ ਦੇ ਰਾਹੀਂ ਗਿਆਨ ਹਾਸਲ ਕਰਕੇ ਅਕਲਮੰਦ ਬਣ ਕੇ ਆਪਣੇ ਮਨ ਨੂੰ ਪਵਿੱਤਰ ਕਰੀਦਾ। ਇਹ ਉਪਦੇਸ਼ ਗੁਰਬਾਣੀ ਚੋਂ ਬਾਰ-ਬਾਰ ਦਿੱਤੇ ਗਏ ਨੇ। ਬਹੁਤ 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 ਧੰਨਵਾਦ ਜੀ ਆਪ ਜੀ ਦਾ। ਤੇ ਉਮੀਦ ਹੈ ਸਾਡੇ ਸਤਿਕਾਰਯੋਗ ਵੀਰ ਗੁਰਤੇਜ ਸਿੰਘ ਕੈਨੇਡਾ ਤੇ ਹੋਰ ਵੀ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਸ ਚੀਜ਼ ਬਾਰੇ ਸਵਾਲ ਹੋਣਗੇ ਕਿ ਸਰੋਵਰ ਦਾ ਪਾਣੀ ਕੁਝ ਵੱਖਰਾ ਹੈ, ਪਵਿੱਤਰ ਹੈ ਜਾਂ ਨਹੀਂ। ਤੇ ਬੇਰੀ ਸਾਹਿਬ ਦੇ ਥੱਲੇ ਨਹਾਉਣਾ ਜਾਂ ਕਿਸੇ ਖਾਸ ਧਰਮ ਸਥਾਨ ਦੇ ਸਰੋਵਰ ਦੇ ਵਿੱਚ ਜਾ ਕੇ ਮੱਸਿਆ ਜਾਂ ਪੁੰਨਿਆ ਤੇ ਇੰਨੀ 5 7 ਜਾਂ 10 ਮੰਥਲੀ ਇਸ਼ਨਾਨ ਕਰਨੇ, ਉਹਦੇ ਨਾਲ ਪ੍ਰਾਪਤੀ ਹੋ ਜਾਂਦੀ ਹੈ। ਤੇ ਇਹ ਸਾਰੇ ਵਹਿਮ ਭਰਮ ਸਾਡੇ ਮਨਾਂ ਚੋਂ ਨਿਕਲ ਜਾਣ। ਇਹ ਪੁਜਾਰੀ ਜਮਾਤ ਵੱਲੋਂ ਸਾਡੇ ਮਨਾਂ 'ਚ ਪਾਏ ਹੋਏ ਨੇ, ਕਿਉਂਕਿ ਉਹਨਾਂ ਦੀ ਕਮਾਈ ਦਾ ਸਾਧਨ ਹੈ ਸਾਰਾ ਕੁਝ। ਸੋ ਆਪਾਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਹੈ। ਸਾਨੂੰ ਪਤਾ ਹੈ ਕਿ ਪਾਣੀ ਹੈ ਜਿਹੜਾ ਉਹ ਸਰੀਰਕ ਲੋੜਾਂ ਲਈ ਹੈ, ਤੇ ਮਨ ਨੂੰ ਜੇ ਪਵਿੱਤਰ ਕਰਨਾ ਹੈ, ਭਾਵ ਜੇ ਸਿਆਣੇ ਗਿਆਨਵਾਨ ਬਣਨਾ ਹੈ, ਦੁਨੀਆ ਦੇ ਵਿੱਚ ਸੱਭਿਅਕ ਇਨਸਾਨ ਬਣ ਕੇ ਜੀਣਾ ਹੈ, ਤਾਂ ਬਾਣੀ ਪੜ੍ਹੀਏ ਤੇ ਦੁਨੀਆ ਦੇ ਹੋਰ ਵਿਚਾਰਵਾਨ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਪੜ੍ਹੀਏ, ਸਿਆਣੇ ਬਣਨ ਦਾ ਉਪਰਾਲਾ ਕਰੀਏ। ਸੋ ਛੋਟਾ ਜਿਹਾ ਇੱਕ ਬਿਜਲੀ ਗੱਲ ਯਾਦ ਆ ਗਈ ਹੈ। ਸਨ 2004 ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸੈਕਟਰੀ ਨੇ ਆਪ ਅਖਬਾਰਾਂ ਦੇ ਰਾਹੀਂ ਬਿਆਨ ਦਿੱਤਾ ਕਿ ਅੰਮ੍ਰਿਤਸਰ ਸਰੋਵਰ ਦਾ ਪਾਣੀ ਬਹੁਤ ਗੰਦਾ ਹੋ ਗਿਆ ਸੀ। ਤੇ ਕੈਨੇਡਾ ਦੇ ਰਹਿਣ ਵਾਲੇ 2 ਟੁੱਟ ਭਰਾਵਾਂ ਨੇ, ਟੂਟੋ ਮਜਾਰਾ, ਹੁਸ਼ਿਆਰਪੁਰ ਜ਼ਿਲ੍ਹੇ 'ਚ ਪਿੰਡ ਪੈਂਦਾ ਟੂਟੋ ਮਜਾਰਾ, ਉੱਥੋਂ ਦੇ 2 ਟੁੱਟ ਭਰਾਵਾਂ ਨੇ ਜਿਹੜੇ ਕੈਨੇਡਾ ਅਮਰੀਕਾ 'ਚ ਕਿਤੇ ਬਾਹਰ ਰਹਿੰਦੇ ਨੇ, ਉਹਨਾਂ ਨੇ ਕਈ ਲੱਖ ਰੁਪਈਆ ਖਰਚ ਕੇ ਇਹ ਪਾਣੀ ਜਿਹੜਾ ਕਿ ਰਾਵੀ ਦਰਿਆ ਚੋਂ ਆਉਂਦਾ ਹੈ ਸਰੋਵਰ ਵਾਸਤੇ, ਉਹਦੇ ਵਿੱਚ ਵੱਡੇ ਵੱਡੇ ਫਿਲਟਰ ਲਗਵਾਏ। ਅੱਜ ਕੱਲ ਸਰੋਵਰ ਦਾ ਪਾਣੀ ਉਹਨਾਂ ਫਿਲਟਰਾਂ ਨਾਲ ਸਾਫ਼ ਹੋ ਕੇ ਆਉਂਦਾ। ਤੇ ਜਿਹੜੇ ਭਰਾ ਕਹਿੰਦੇ ਨੇ ਇਹ ਸਰੋਵਰ ਦਾ ਜਲ ਮਨ ਨੂੰ ਧੋਂਦਾ ਹੈ, ਇਹਨੂੰ ਸਰੋਵਰ ਦੇ ਪਾਣੀ ਨੂੰ ਤਾਂ ਸਗੋਂ ਜਿਹੜੇ ਫਿਲਟਰ ਨੇ ਉਹ ਧੋਂਦੇ ਨੇ, ਉਹ ਸਾਫ਼ ਕਰਦੇ ਨੇ। ਇਹ ਤਾਂ ਆਪ ਹੀ ਮੈਲਾ ਹੋਇਆ ਪਿਆ। ਤੇ ਇਸ ਭਰਮ ਨੂੰ ਮਨ ਚੋਂ ਕੱਢ ਦਈਏ। ਤੇ ਬੇਰੀ ਵਗੈਰਾ ਸੁੱਕ ਗਈ ਸੀ ਤੇ ਆਪ ਉਹਦੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ 2004 ਚ ਬਿਆਨ ਦਿੱਤਾ ਕਿ ਅਸੀਂ ਖੇਤੀ ਯੂਨੀਵਰਸਿਟੀ ਦੇ ਲੁਧਿਆਣੇ ਤੋਂ ਖੋਜੀਆਂ ਨੂੰ ਮੰਗਵਾਇਆ, ਉਹਨਾਂ ਨੇ ਸਾਨੂੰ ਖਾਦ ਅਤੇ ਹੋਰ ਦਵਾਈਆਂ ਵਗੈਰਾ ਦਿੱਤੀਆਂ ਨੇ। ਨਵੀਂ ਕਲਮ ਲਿਆ ਕੇ ਬੇਰੀ ਦੀ ਅਸੀਂ ਲਾ ਰਹੇ ਹਾਂ ਤੇ ਬੇਰੀ ਨੂੰ ਬਚਾ ਰਹੇ ਹਾਂ। ਇਹ ਬੇਰੀ ਵੀ 84 ਦੇ ਵਿੱਚ ਬੰਬ ਵਗੈਰਾ ਲੱਗੇ ਸੀ, ਉਦੋਂ ਸੁੱਕ ਗਈ ਸੀ ਤੇ ਮਗਰੋਂ ਫੇਰ ਲਾਈ ਗਈ ਹੈ। ਇਸ ਤਰ੍ਹਾਂ ਟਾਹਲੀ ਸਾਹਿਬ ਵੀ ਲਾਈ ਗਈ ਹੈ ਤੇ ਇਮਲੀ ਸਾਹਿਬ ਵੀ ਲਾਈ ਗਈ ਹੈ। ਇਹ ਬਹੁਤ ਕੁਝ ਕਰਦੇ ਨੇ ਤੇ ਸਾਨੂੰ ਕਮਲੇ ਪਾਉਣ ਵਾਸਤੇ ਆਪਾਂ ਗੁਰਬਾਣੀ ਨਾਲ ਜੁੜਨਾ, ਨਾ ਕਿ ਇਹਨਾਂ ਚੀਜ਼ਾਂ ਦੇ ਨਾਲ। ਬਹੁਤ 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 ਧੰਨਵਾਦ ਜੀ। ਬੜਾ ਹੋਰ ਖੋਲ ਕੇ ਆਪ ਜੀ ਨੇ ਵਿਸਥਾਰ ਦੇ ਵਿੱਚ ਦੱਸ ਦਿੱਤਾ ਹੈ ਕਿ ਇਹ ਸਾਰੇ ਭਰਮ ਪੁਜਾਰੀ ਸ਼੍ਰੇਣੀ ਵੱਲੋਂ ਫੈਲਾਏ ਗਏ ਨੇ। ਹਰ ਧਰਮ ਦੇ ਵਿੱਚ ਇਹ ਪੁਜਾਰੀ ਸ਼੍ਰੇਣੀ ਹੈ ਜਿਹੜੀ ਉਹ ਬੈਠੀ ਹੋਈ ਹੈ ਆਪਣਾ ਜਕੜਵੰਦ, ਆਪਣਾ ਜਾਲ ਲਾ ਕੇ ਤੇ ਮੱਛੀਆਂ ਨੂੰ ਫਸਾਉਣ ਦੇ ਲਈ, ਤੇ ਭੋਲੇ ਭਾਲੀਆਂ ਮੱਛੀਆਂ ਫਸੀ ਜਾਂਦੀਆਂ ਨੇ। ਪਰ ਅਸੀਂ ਸਾਵਧਾਨ ਹੋਣੇ। ਧਰਮ ਦਾ ਮਤਲਬ ਜੀਵਨ ਜਾਚਿਆ ਜੀ, ਸਿਆਣੇ ਬਣਨੇ, ਗਿਆਨਵਾਨ ਬਣਨੇ। ਤੇ ਧਰਮ ਦਾ ਮਤਲਬ ਅੰਧ ਵਿਸ਼ਵਾਸ ਬਿਲਕੁਲ ਨਹੀਂ ਹੈ। ਇਹੋ ਜਿਹੀਆਂ ਜਿਹੜੀਆਂ ਅਲਾਮਤਾਂ ਨੇ ਇਹਨਾਂ ਤੋਂ ਬਚੀਏ।
ਸੋ ਅਗਲਾ ਸਵਾਲ ਹੈ ਜੀ ਸਤਪਾਲ ਸਿੰਘ ਪਿੰਡ ਲੀਹਾਂ ਤਹਿਸੀਲ ਜੁਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ। ਉਹ ਆਖ ਰਹੇ ਨੇ ਭਾਈ ਸਾਹਿਬ ਜੀ ਕੁਝ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਸ਼੍ਰੀ ਚੰਦ ਦੀ ਉਮਰ 150 ਸਾਲ ਦੱਸਦੇ ਨੇ, ਭਾਵ 150 ਸਾਲ। ਇਹ ਸੱਚ ਹੈ ਜਾਂ ਝੂਠ ਜੀ? ਕਿ ਸੱਚਮੁੱਚ ਸ਼੍ਰੀ ਚੰਦ ਦੀ ਐਡੀ ਲੰਮੀ ਉਮਰ ਸੀਗੀ? ਇਹ ਜੀ ਸ਼੍ਰੀ ਚੰਦ ਦੀ ਤਾਂ ਇੰਨੀ ਲੰਮੀ ਉਮਰ ਹੈ ਕਿ ਅੱਜ ਵੀ ਲੋਕਾਂ ਦੇ ਮਨਾਂ ਦੇ ਵਿੱਚੋਂ ਉਹ ਨਿਕਲਿਆ ਨਹੀਂ ਹੈਗਾ। ਅੱਜ ਵੀ ਉਹਦੇ ਚੇਲੇ ਉਹਨੂੰ ਮੰਨੀ ਜਾ ਰਹੇ ਨੇ। ਕਿਸੇ ਵਿੱਚ ਉਹਦੀ ਰੂਹ ਆ ਜਾਂਦੀ ਹੈ, ਕਿਸੇ ਵਿੱਚ ਉਹਦੀਆਂ ਸ਼ਕਤੀਆਂ ਆ ਜਾਂਦੀਆਂ ਨੇ। ਅੱਜ ਤੱਕ ਉਹਦੇ ਡੇਰੇ ਚੱਲਦੇ ਆ ਰਹੇ ਨੇ ਤੇ ਖੂਬ ਕਮਾਈ ਕਰ ਰਹੇ ਨੇ ਤੇ ਸਾਧ ਲਾਣਾ ਮੁਖ ਦੀਆਂ ਉਹਦੇ ਨਾਮ ਤੇ ਖਾ ਰਹੇ ਹੈ। ਅਸਲ ਦੇ ਵਿੱਚ ਇਹਨਾਂ ਕੋਲੇ ਹੋਰ ਸ਼੍ਰੀ ਚੰਦ ਵਰਗਾ ਪ੍ਰਭਾਵਸ਼ਾਲੀ ਵਿਅਕਤੀ ਹੈ ਨਹੀਂ ਸੀ। ਉਹ ਭਾਵੇਂ ਆਪ ਮਾਰੀ ਗਿਆ ਹੋਵੇ ਥੋੜੀ ਉਮਰ ਭੋਗ ਕੇ, ਪਰ ਇਹਨਾਂ ਨੇ ਉਹਨੂੰ ਜੀਵਤ ਰੱਖਿਆ ਤੇ ਉਹਨੂੰ ਤਾਂ ਇੱਥੋਂ ਤੱਕ ਉਹਦੀ ਬਾਹ ਵੀ ਲੰਮੀ ਕਰ ਦਿੱਤੀ ਤੇ ਕਈ 100 ਕਿਲੋਮੀਟਰ ਆਕਾਸ਼ ਦੇ ਵਿੱਚ ਉਹਦੀ ਬਾਹ ਭੇਜ ਦਿੱਤੀ। ਤੇ ਆਪਣੇ ਛੋਟੇ ਭਰਾ ਦੇ ਇੱਕ ਪੁੱਤਰ ਨੂੰ ਉਹ ਕਿਤੇ ਜਿਹੜਾ ਜਿਉਂਦੇ ਜੀ ਉਸੇ ਤਰ੍ਹਾਂ ਘੋੜੇ ਤੇ ਸਵਾਰ ਹੋ ਕੇ ਸਵਰਗ ਨੂੰ ਜਾ ਰਿਹਾ ਸੀ, ਉਹਨੂੰ ਵੀ ਆਪਣੀ ਲੰਮੀ ਬਾਹ ਕਰਕੇ ਉੱਪਰੋਂ ਸਵਰਗ ਚੋਂ ਵਾਪਸ ਲਿਆਂਦਾ। ਕਹਿੰਦਾ ਸਾਡੀ ਬੰਸ ਵੀ ਤਾਂ ਚੱਲਣੀ ਚਾਹੀਦੀ ਆ। ਉਹ ਭਲਿਆ ਮਾਨਸਾ, ਆਪ ਤਾਂ ਤੂੰ ਵਿਆਹ ਨਹੀਂ ਕਰਾਇਆ ਤੇ ਤੈਨੂੰ ਬੰਸਾਂ ਦਾ ਫਿਕਰ ਪੈ ਗਿਆ। ਅਸੀਂ ਜਿਹੜੇ ਗੁਰੂ ਨਾਨਕ ਦੇ ਪੁੱਤਰ ਬਣੇ ਹੋਏ ਆ, ਸਾਰੇ ਗੁਰੂ ਨਾਨਕ ਨੂੰ ਆਪਣਾ ਧਰਮ ਪਿਤਾ ਮੰਨਦੇ ਆ। ਅਸੀਂ ਉਹਦੀ ਬੰਸਾਂ, ਨਾ ਕਿ ਸ਼੍ਰੀ ਚੰਦ ਜਾਂ ਲਖਮੀ ਦਾਸ ਉਹਦੀ ਬੰਸ ਹੈ। ਤੇ ਉਹਨਾਂ ਨੇ ਤਾਂ ਕਹਿਣਾ ਨਹੀਂ ਮੰਨਿਆ। ਸੋ 150 ਸਾਲ ਦੀ ਉਮਰ ਵਾਲੀ ਗੱਲ ਇਹ ਕੋਰੀ ਝੂਠ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਇਹੋ ਜਿਹੇ ਗੱਪ ਸਾਡੇ ਰੋਜ਼ਾਨਾ ਸਟੇਜਾਂ ਤੇ ਸੁਣਾਏ ਜਾਂਦੇ ਨੇ। ਇਹਨਾਂ ਤੋਂ ਸਾਵਧਾਨ ਰਹਿਣਾ। ਤੇ ਜਿਹੜੇ ਜੋਗੀ ਲੋਕ ਨੇ ਉਹਨਾਂ ਨੇ ਵੀ ਕਈ 100 ਸਾਲ ਆਪਣੀ ਉਮਰ ਲੰਮੀ ਹੋਣ ਦੇ ਢੋਂਗ ਕੀਤੇ ਸੀ ਕਿ ਇਉਂ ਸਾਹ ਰੋਕ ਲਓ ਤੇ ਏਦਾਂ ਕਰ ਲਓ, ਚੌਂਕੜਾ ਮਾਰ ਲਓ, ਅੱਖਾਂ ਮੀਟ ਲਓ ਤੇ ਤੁਹਾਡੀ ਉਮਰ ਲੰਮੀ ਹੋ ਜਾਵੇਗੀ। ਅਸੀਂ ਤਾਂ ਵੇਖਣਾ ਇਹ ਹੈ, ਇੱਥੇ ਸਾਨੂੰ ਲੰਮੀ ਉਮਰ ਨਹੀਂ ਚਾਹੀਦੀ, ਸਾਨੂੰ ਵਧੀਆ ਕੰਮ ਚਾਹੀਦੇ ਨੇ ਤੁਹਾਡੇ। ਇੱਥੇ ਛੋਟੇ ਸਾਹਿਬਜ਼ਾਦਿਆਂ ਦੀ 7 ਸਾਲ ਤੇ 9 ਸਾਲ ਦੀ ਉਮਰ ਸੀ। ਉਹਨਾਂ ਨੇ ਇੱਥੇ ਇਨਕਲਾਬ ਦੇ ਵਿੱਚ ਉਹ ਆਪਣਾ ਯੋਗਦਾਨ ਪਾਇਆ। ਮੈਂ ਇਹ ਕਹਿਣ ਤੇ ਮਜਬੂਰ ਆ ਕਿ ਉਹਨਾਂ ਨੇ ਦੁਨੀਆ ਦੇ ਵੱਡੇ ਵੱਡੇ ਸ਼ਹੀਦਾਂ ਨੂੰ, ਸਿੱਖਾਂ ਦੇ ਵੱਡੇ ਵੱਡੇ ਸ਼ਹੀਦਾਂ ਨੂੰ ਵੀ ਛੋਟੇ ਕਰ ਦਿੱਤਾ। ਐਡਾ ਕਾਰਨਾਮਾ ਕੀਤਾ। ਜਦੋਂ ਵੀ ਸਿੱਖਾਂ ਨੇ ਉਦੋਂ ਬਾਅਦ ਕਿਤੇ ਜੰਗ ਵਾਸਤੇ ਦੁਸ਼ਮਣ ਨਾਲ ਲੜਨ ਲਈ ਜਾਣਾ ਹੁੰਦਾ ਸੀ, ਬਸ ਇੱਕੋ ਗੱਲ ਕਹਿੰਦਾ ਸੀ ਸਿੱਖਾਂ ਦਾ ਜਥੇਦਾਰ ਕਿ ਤੁਹਾਨੂੰ ਗੁਰੂ ਸਾਹਿਬ ਦੇ ਲਾਡਲੇ ਛੋਟੇ ਸਾਹਿਬਜ਼ਾਦੇ ਆਵਾਜ਼ਾਂ ਮਾਰਦੇ ਨੇ, ਯਾਦ ਕਰਦੇ ਨੇ, ਹੋਰ ਲੈਕਚਰ ਕਰਨ ਦੀ ਫਿਰ ਲੋੜ ਨਹੀਂ ਸੀ ਰਹਿੰਦੀ। ਤੇ ਅੰਦਰੋਂ ਖੂਨ ਖੌਲ ਪੈਂਦਾ ਸੀ। ਤੇ ਇਹ ਸ਼੍ਰੀ ਚੰਦ ਨੇ ਆਪਣਾ ਖੂਨ ਠੰਡਾ ਕਰ ਲਿਆ ਸੀ। ਭਾਵੇਂ 150 ਸਾਲ ਜੀਵਿਆ, ਪਰ ਬਰਫ਼ 'ਚ ਲੱਗਿਆ ਹੋਇਆ ਜੀਵਿਆ। ਸਾਨੂੰ ਉਹਦੀ 150 ਸਾਲ ਉਮਰ ਕਿਸੇ ਕੰਮ ਦੀ ਨਹੀਂ। ਉਹ ਜੇ 10, 20, 50 ਸਾਲ ਜਿਉ ਲੈਂਦਾ, ਪਰ ਸਮਾਜ ਵਾਸਤੇ ਕੋਈ ਗੁਰੂ ਦਾ ਕਹਿਣਾ ਮੰਨ ਕੇ ਚੰਗੇ ਕੰਮ ਕਰਦਾ, ਅਸੀਂ ਉਹਨੂੰ ਵੀ ਨਮਸਕਾਰਾਂ ਕਰਨੀਆਂ ਸੀ। ਤੇ ਪਰ ਉਹਨੇ ਕੋਈ ਚੰਗਾ ਕੰਮ ਕਰਕੇ ਸਮਾਜ ਵਾਸਤੇ ਨਹੀਂ ਵਿਖਾਇਆ। ਜਦੋਂ ਕਿ ਗੁਰਬਾਣੀ 'ਚ ਲਿਖਿਆ ਉਹਦੇ ਵਿਰੁੱਧ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮਰਟੀ ਹੈ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀ ਹੈ। ਇਹ ਤਾਂ ਖੋਟੇ ਦਿਲਾਂ ਵਾਲੇ ਹੰਕਾਰ ਦਾ ਭਾਰ ਆਪਣੇ ਸਿਰ ਦੇ ਉੱਤੇ ਰੱਖੀ ਫਿਰਦੇ ਨੇ। ਇਹ ਗੁਰੂ ਦਾ ਕਹਿਣਾ ਨਹੀਂ ਮੰਨ ਰਹੇ। ਅਸੀਂ ਇਹਨਾਂ ਦੇ ਅੱਗੇ ਸੀਸ ਕਿਉਂ ਝੁਕਾਈਏ? ਇਹ ਭਾਵੇਂ 500 ਸਾਲ ਦੀ ਉਮਰ ਹੋ ਜਾਵੇ, ਸਾਨੂੰ ਇਹਦਾ ਪਰਵਾਹ ਨਹੀਂ। ਉਮਰ ਦੀ ਕੋਈ ਕੀਮਤ ਨਹੀਂ, ਕੀਮਤ ਚੰਗੇ ਕੰਮਾਂ ਦੀ ਹੈ। ਆਪਾਂ ਚੰਗੇ ਕੰਮਾਂ ਕਰਨ ਵਾਲਿਆਂ ਦੇ ਜਿਹੜਾ ਨਮਸਕਾਰਾਂ ਕਰਦੇ ਆ, ਨਾ ਕਿ ਲੰਮੀਆਂ ਉਮਰਾਂ ਵਾਲਿਆਂ। ਵਾਹ ਜੀ ਵਾਹ, ਬਹੁਤ ਵਧੀਆ ਜਵਾਬ ਆਪ ਜੀ ਨੇ ਦਿੱਤਾ ਹੈ। ਸੱਚਮੁੱਚ ਸਾਹਿਬਜ਼ਾਦਿਆਂ ਦੀ ਜਿਵੇਂ ਆਪ ਜੀ ਨੇ ਉਦਾਹਰਨ ਦਿੱਤੀ ਹੈ, ਨਿੱਕੇ ਨਿੱਕੇ ਬੱਚਿਆਂ ਨੇ ਕਿੱਦਾਂ ਆਪਣੇ ਦ੍ਰਿੜ ਇਰਾਦਿਆਂ ਦੇ ਰਾਹੀਂ, ਆਪਣੇ ਹੌਸਲੇ ਦੇ ਰਾਹੀਂ ਸਾਡੇ ਵਿੱਚ ਇੱਕ ਨਵੀਂ ਰੂਹ ਫੂਕੀ। ਤੇ ਕਿੱਥੇ ਆ ਸ਼੍ਰੀ ਚੰਦ ਸਾਹਿਬਜ਼ਾਦਾ, ਉਹ ਵੀ ਸੀ, ਸਾਹਿਬਜ਼ਾਦੇ ਉਹ ਵੀ ਸੀ। ਇਹ ਸਾਹਿਬਜ਼ਾਦਾ ਕੱਪੜੇ ਪਾਉਣ ਤੋਂ ਇਨਕਾਰੀ ਹੋ ਗਿਆ, ਸਿਰ ਦੇ ਵਾਲ ਸੁਆਹ ਪਾ ਕੇ ਮੁੰਡਵਾ ਲਏ, ਜਾਂ ਕਹਿੰਦੇ ਨੇ ਕਈ ਕਹਿੰਦੇ ਨੇ ਮੁੰਡਵਾ ਲਏ ਤੇ ਕਈ ਕਹਿੰਦੇ ਨੇ ਉਹਨੇ ਬਹੁਤ ਸਾਰੇ ਜਟਾਵਾਂ ਜਿੱਦਾਂ ਰੱਖੀਆਂ ਉਹ ਵਧਾ ਲਈਆਂ, ਤੇ ਲੰਗੋਟ ਧਾਰੀ ਹੋ ਗਿਆ, ਸੁਆਹ ਮਲ ਕੇ ਪਿੰਡੇ ਤੇ ਬਹਿ ਗਿਆ। ਮਤਲਬ ਬਿਲਕੁਲ ਗੁਰੂ ਨਾਨਕ ਸਾਹਿਬ ਜੀ ਤੋਂ ਅਲੱਗ ਰਸਤਾ ਉਹਨੇ ਅਖਤਿਆਰ ਕਰ ਲਿਆ। ਤੇ ਫਿਰ ਭਾਈ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਸਤਿਕਾਰ ਦਈਏ, ਕਿਉਂਕਿ ਉਹ ਤਾਂ ਗੁਰੂ ਦੀ ਸਿੱਖਿਆ ਨੂੰ ਮੰਨਣ ਤੋਂ ਹੀ ਇਨਕਾਰੀ ਹੈ। ਦੋਨਾਂ ਨੂੰ ਬਰਾਬਰ ਅਸੀਂ ਕਿਵੇਂ ਰੱਖ ਕੇ ਸਤਿਕਾਰ ਦੇ ਸਕਦੇ ਹਾਂ? ਜਾਂ ਤਾਂ ਗੁਰੂ ਨਾਨਕ ਸਾਹਿਬ ਦੇ ਪੁੱਤਰ ਬਣਨਾ ਪਏਗਾ, ਸਾਨੂੰ ਉਹ ਸਿੱਖਿਆ ਤੇ ਚੱਲਣਾ ਪਏਗਾ, ਜਾਂ ਫਿਰ ਸ਼੍ਰੀ ਚੰਦੀਏ ਬਣ ਜਾਓ, ਉਸ ਪਾਸੇ ਤੁਰ ਪਓ। ਸੋ ਮੈਨੂੰ ਲੱਗਦਾ ਸਾਡੇ ਸਤਿਕਾਰਯੋਗ ਵੀਰ ਸਤਪਾਲ ਸਿੰਘ ਜੀ ਬਾਖੂਬੀ ਸਮਝ ਗਏ ਹੋਣਗੇ
ਕਿ ਉਮਰਾਂ ਲੰਬੀਆਂ ਹੋਣ ਦੇ ਨਾਲ ਕੁਝ ਨਹੀਂ ਹੋਇਆ ਕਰਦਾ, ਗੱਲ ਤਾਂ ਕੀਤੇ ਕੰਮਾਂ ਦੀ ਹੈ। ਅਗਲਾ ਸਵਾਲ ਵੀ ਇਹਨਾਂ ਵੱਲੋਂ ਹੀ ਹੈ। ਇਹ ਕਹਿੰਦੇ ਕਿ ਸ਼੍ਰੀ ਚੰਦ ਨੇ ਆਪਣੀ ਵੱਖਰੀ ਗੱਦੀ ਚਲਾਈ ਸੀ। ਸਵਾਲ ਹੈ, ਜੇ ਚਲਾਈ ਸੀ ਤਾਂ ਇਹਦੀ ਲੋੜ ਕੀ ਪੈ ਗਈ? ਇਹਦੇ ਬਾਰੇ ਵੀ ਜਰਾ ਖੋਲ ਕੇ ਦੱਸੋ। ਲੋੜ ਪੈ ਗਈ ਸੀ ਆਪਣਾ ਨਾਮ ਚਮਕਾਉਣ ਦੀ। ਭਾਈ ਲਹਿਣਾ ਜੀ, ਜਿਹੜਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਥਾਂ ਤੇ ਉਹਦੀ ਯੋਗਤਾ ਵੇਖ ਕੇ ਸਥਾਪਿਤ ਕਰ ਦਿੱਤਾ ਤੇ ਸੰਗਤਾਂ ਉਹਦੇ ਦੁਆਲੇ ਜੁੜਨ ਲੱਗ ਪਈਆਂ। ਤੇ ਇਹਨੇ ਪਹਿਲਾਂ ਤਾਂ ਆਪਣੀ ਜਿਹੜੀ ਹੈ ਤਾਕਤ ਵਰਤ ਕੇ ਆਲੇ ਦੁਆਲੇ ਕਬੀਲਾ ਇਕੱਠਾ ਕਰਕੇ, ਰਿਸ਼ਤੇਦਾਰ ਦੋਸਤ ਮਿੱਤਰ ਕਰਕੇ ਇਕੱਠੇ ਕਰਕੇ ਤੇ ਉਹਨਾਂ ਦੇ ਰਾਹੀਂ ਕਰਤਾਰਪੁਰ ਵਾਲੀ ਜ਼ਮੀਨ ਆਦਿਕ ਤੇ ਇਹਨੇ ਕਬਜ਼ਾ ਕਰ ਲਿਆ। ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਨੂੰ ਉੱਥੋਂ ਜਾਣ ਤੇ ਮਜਬੂਰ ਕਰ ਦਿੱਤਾ। ਗੁਰੂ ਅੰਗਦ ਸਾਹਿਬ ਨੇ ਜ਼ਮੀਨ ਪਿੱਛੇ ਜਾਂ ਉਸ ਇਮਾਰਤ ਪਿੱਛੇ ਲੜਾਈ ਲੜਨ ਦੀ ਥਾਂ ਤੇ ਉੱਥੋਂ ਜਾਣਾ ਹੀ ਅੱਛਾ ਸਮਝਿਆ। ਉਹ ਖਡੂਰ ਆ ਗਏ ਤੇ ਖਡੂਰ ਆਪਣਾ ਪ੍ਰਚਾਰ ਉਸੇ ਤਰ੍ਹਾਂ ਨਵੇਂ ਸਿਰਿਓਂ ਉਹਨਾਂ ਨੇ ਆਰੰਭ ਦਿੱਤਾ। ਤੇ ਗੱਦੀਆਂ ਤਾਂ ਅੱਜ ਵੀ ਆਪਣੇ ਸਕੇ ਭਰਾਵਾਂ ਦੇ ਵਿੱਚ ਪਿਤਾ ਤੋਂ ਜ਼ਮੀਨ ਲੈਣ ਵਾਸਤੇ ਸਕੇ ਭਰਾਵਾਂ ਦੇ ਕਤਲ ਤੱਕ ਹੁੰਦੇ ਨੇ, ਜੇਲ੍ਹਾਂ ਹੁੰਦੀਆਂ ਨੇ, ਮੁਕੱਦਮੇ ਲੜਦੇ ਨੇ। ਇਹ ਗੱਦੀਆਂ ਤਾਂ ਬਹੁਤ ਵੱਡੀ ਚੀਜ਼ ਹੈ। ਤੇ ਇਸ ਤਰ੍ਹਾਂ ਗੱਦੀ ਲੈਣ ਵਾਸਤੇ ਇੱਕ ਤਾਂ ਪੈਸਾ ਟਕਾ ਹੁੰਦਾ ਤੇ ਨਾਲੇ ਲੋਕੀ ਪੈਰੀ ਹੱਥ ਲਾਉਂਦੇ ਨੇ ਤੇ ਨਾਲੇ ਗੁਰੂ ਬਣਾ ਕੇ ਉਹਦੀ ਪੂਜਾ ਕਰਦੇ ਨੇ। ਇੰਨਾ ਕੁਛ ਉਹ ਗੁਰੂ ਨਾਨਕ ਦਾ ਹੁੰਦਾ ਵੇਖ ਰਿਹਾ ਸੀ ਤੇ ਉਹਨੂੰ ਲੱਗਣਾ ਸੀ ਕਿ ਇਹ ਭਾਈ ਲਹਿਣਾ ਨੂੰ ਸਾਰਾ ਕੁਝ ਮਿਲ ਗਿਆ ਤੇ ਮੈਨੂੰ ਮੇਰੀ ਪੂਜਾ ਕੌਣ ਕਰੇਗਾ ਤੇ ਮੈਂ ਆਪਣੀ ਗੱਦੀ ਆਪ ਚਲਾਵਾਂ ਤੇ ਲੋਕੀ ਮੈਨੂੰ ਗੁਰੂ ਦਾ ਪੁੱਤਰ ਜਾਣ ਕੇ ਇਸੇ ਤਰ੍ਹਾਂ ਪੂਜਾ ਕਰਨਗੇ। ਇਸ ਖੁਦਗਰਜੀ ਦੇ ਕਾਰਨ ਉਹਨੇ ਆਪਣੀ ਗੱਦੀ ਚਲਾ ਲਈ ਤੇ ਝੂਠੀਆਂ ਸਾਖੀਆਂ ਵੀ ਪ੍ਰਚਲਿਤ ਕੀਤੀਆਂ ਕਿ ਉਹ ਜਦੋਂ ਉੱਥੇ ਆਇਆ ਗੁਰੂ ਰਾਮਦਾਸ ਸਾਹਿਬ ਨੂੰ ਮਿਲਣ ਵਾਸਤੇ ਤੇ ਗੁਰੂ ਰਾਮਦਾਸ ਸਾਹਿਬ ਨੇ ਖੜੇ ਹੋ ਕੇ ਆਪਣੀ ਦਾੜੀ ਦੇ ਨਾਲ ਸ਼੍ਰੀ ਚੰਦ ਦੇ ਪੈਰ ਝਾੜੇ। ਉਹਨੇ ਪੁੱਛਿਆ ਕਿ ਆ ਦਾੜੀ ਇੰਨੀ ਲੰਮੀ ਤੁਸੀਂ ਕਾਹਦੇ ਵਾਸਤੇ ਰੱਖੀ ਹੈ? ਕਹਿੰਦਾ ਤੁਹਾਡੇ ਚਰਨ ਝਾੜਨ ਵਾਸਤੇ ਰੱਖੀ ਹੈ, ਹੋਰ ਕਾਹਦੇ ਵਾਸਤੇ ਰੱਖੀ ਹੈ? ਇਹ ਗੰਦੀਆਂ ਕਹਾਣੀਆਂ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਸਤੇ ਘੜ ਕੇ ਵੀ ਸ਼੍ਰੀ ਚੰਦੀਆਂ ਨੇ ਸਾਡੇ ਸਟੇਜਾਂ ਦੇ ਉੱਤੇ ਪਹੁੰਚਾ ਦਿੱਤੀਆਂ ਤੇ ਸਾਡੇ ਅਣਜਾਣ ਜਾਂ ਮੂਰਖ ਪ੍ਰਚਾਰਕ ਅੱਜ ਤੱਕ ਇਹਨਾਂ ਕਹਾਣੀਆਂ ਨੂੰ ਸੂਰਜ ਪ੍ਰਕਾਸ਼ ਚੋਂ ਲੈ ਕੇ ਜਾਂ ਹੋਰਨਾਂ ਥਾਵਾਂ ਤੋਂ ਲੈ ਕੇ ਅੱਜ ਤੱਕ ਸਟੇਜਾਂ ਤੇ ਸੁਣਾ ਰਹੇ ਨੇ। ਤੇ ਅਸੀਂ ਨੀਵੀਆਂ ਪਾ ਕੇ, ਜਿਹਨੂੰ ਸੰਗਤ ਕਹਿੰਦੇ ਆ, ਨੀਵੀਆਂ ਪਾ ਕੇ ਇਹਨਾਂ ਨੂੰ ਸੱਚ ਮੰਨ ਕੇ ਹਾਂਜੀ ਹਾਂਜੀ ਵਾਹਿਗੁਰੂ ਵਾਹਿਗੁਰੂ ਇਹ ਕਹਿ ਕੇ ਇਹਨਾਂ ਨੂੰ ਸਹਿਮਤੀ ਦੇ ਰਹੇ ਆ। ਸੋ ਸ੍ਰੀ ਚੰਦ ਗੱਦੀ ਚਲਾਉਂਦਾ, 1000 ਵਾਰੀ ਚਲਾਵੇ। ਭਾਰਤ ਦੇ ਵਿੱਚ ਹੋਰ ਬੇਅੰਤ ਗੱਦੀਆਂ ਚੱਲ ਰਹੀਆਂ ਨੇ, ਸਾਨੂੰ ਕੋਈ ਮਤਲਬ ਨਹੀਂ। ਅਸੀਂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਜੋ ਅਸੀਂ ਸਤਿਕਾਰ ਦੇਣਾ ਬਣਦਾ ਇਹਦਾ ਕਹਿਣਾ ਮੰਨ ਕੇ ਉਹ ਦੇਣ ਦਾ ਉਪਰਾਲਾ ਕਰੀਏ, ਇਹਦੀ ਵਿਚਾਰਧਾਰਾ ਨੂੰ ਅਪਣਾਈਏ, ਇਹਦੇ ਅਨੁਸਾਰ ਜ਼ਿੰਦਗੀ ਬਤੀਤ ਕਰੀਏ। ਬਥੇਰੇ ਸ਼੍ਰੀ ਚੰਦ ਵਰਗੇ ਇੱਥੇ ਆਏ ਨੇ ਤੇ ਚਲੇ ਗਏ ਨੇ, ਉਹਨਾਂ ਨੇ ਲੋਕਾਂ ਦੇ ਭਲੇ ਵਾਸਤੇ ਕੋਈ ਵੱਡਾ ਕੰਮ ਨਹੀਂ ਕੀਤਾ। ਗੁਰੂ ਦਾ ਪੁੱਤਰ ਹੋਣਾ ਕਾਫੀ ਨਹੀਂ, ਸਾਡੇ ਵਾਸਤੇ ਚੰਗੇ ਕਾਰਜ ਕਰਕੇ ਵਿਖਾਉਣੇ ਉਹ ਜ਼ਰੂਰੀ ਹੈ। ਇੱਥੇ ਤਾਂ ਰਵਿਦਾਸ ਵਰਗਾ ਜਿਹੜਾ ਜਾਤ ਦਾ ਚਮਾਰ ਸੀ, ਅਸੀਂ ਤਾਂ ਉਹਨੂੰ ਵੀ ਨਮਸਕਾਰ ਕਰਦੇ ਹਾਂ ਤਾਂ ਕਿ ਕਿਉਂਕਿ ਉਹਨੇ ਵਧੀਆ ਕੰਮ ਕੀਤੇ ਸੀ। ਇੱਥੇ ਕੰਮਾਂ ਦੀ ਕਦਰ ਹੈ, ਨਾ ਕਿ ਕਿਸੇ ਦਾ ਧੀ ਪੁੱਤਰ ਹੋਣ ਦੀ ਕਦਰ। ਵਾਹ ਜੀ ਵਾਹ, ਵਾਹ ਕਮਾਲ। ਬਹੁਤ ਧੰਨਵਾਦ ਆਪ ਜੀ ਦਾ। ਤੇ 455ਵਾਂ ਤੇ ਆਖਰੀ ਸਵਾਲ ਅੱਜ ਦੇ ਐਪੀਸੋਡ ਦੇ ਵਿੱਚ ਸਾਡੇ ਸਤਿਕਾਰਯੋਗ ਵੀਰ ਬਿੱਟੂ ਸਿੰਘ ਜੋ ਦੁਬਈ ਦੇ ਵਿੱਚ ਰਹਿੰਦੇ ਨੇ ਉਹ ਕਰ ਰਹੇ ਨੇ। ਉਹ ਕਹਿੰਦੇ ਮੇਰਾ ਸਵਾਲ ਹੈ ਬਾਪੂ ਜੀ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਰ ਰੂਪ ਦੇ ਵਿੱਚ ਲਿਖਿਆ ਕਿਉਂ ਗਿਆ? ਵੇਦਾਂ ਗ੍ਰੰਥਾਂ ਦਾ ਕੋਈ ਪ੍ਰਭਾਵ ਸੀ ਉਸ ਵੇਲੇ ਜਾਂ ਇਹ ਉਸ ਸਮੇਂ ਦੀ ਆਮ ਭਾਸ਼ਾ ਸੀ ਕਿ ਲੜੀਵਾਰ ਰੂਪ ਦੇ ਵਿੱਚ ਲਿਖਿਆ ਜਾਣਾ? ਕਿਉਂਕਿ ਕੋਈ ਗੈਪ ਨਹੀਂ ਸੀ ਹੋਇਆ ਕਰਦਾ ਪਹਿਲਾਂ, ਹੁਣ ਤਾਂ ਬਾਅਦ ਦੇ ਵਿੱਚ ਤਰੀਕਾ ਬਦਲ ਗਿਆ ਲਿਖਣ ਦਾ। ਇਹ ਪੁਰਾਣੇ ਸਮੇਂ ਦੀ ਗੱਲ ਕਰ ਰਿਹਾ ਹੈ। ਅੱਜ ਵੀ ਕਈ ਇਹੋ ਜਿਹੇ ਗਰੁੱਪ ਹੈਗੇ ਨੇ ਕਿ ਲੜੀਵਾਰ ਲਿਖੀ ਹੋਈ ਬਾਣੀ ਨੂੰ ਹੀ ਉਹ ਗੁਰੂ ਦਾ ਦਰਜਾ ਦਿੰਦੇ ਨੇ ਤੇ ਜਿਹੜੀ ਪਦ ਛੇਦ ਕਰਕੇ ਬਾਣੀ ਲਿਖੀ ਗਈ ਹੈ ਉਹ ਕਹਿੰਦੇ ਵੀ ਇਹਦੇ 'ਚ ਬਹੁਤ ਫਰਕ ਪਾ ਦਿੱਤਾ। ਸੋ ਇਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉਸ ਤਰੀਕੇ ਨਾਲ ਸਤਿਕਾਰ ਨਹੀਂ ਦੇ ਸਕਦੇ। ਸੋ ਤੁਸੀਂ ਇਹਦੇ ਬਾਰੇ ਦੱਸੋ ਕੁਝ ਖੋਲ ਕੇ ਥੋੜਾ ਜਿਹਾ, ਤਾਂ ਜੋ ਇਸ ਵੀਰ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਸਕੇ। ਇਹ ਨਾ ਜੀ ਪੁਰਾਣੇ ਸਮੇਂ 'ਚ ਪਰੰਪਰਾ ਇਹੋ ਹੀ ਸੀ, ਇੱਕ ਤਾਂ ਕਾਗਜ਼ ਦੀ ਕਮੀ ਸੀ, ਦੂਜਾ ਸ਼ਾਹੀ ਦੀ ਘਾਟ ਸੀ ਤੇ ਜਿਹੜੀਆਂ ਬਾਕੀ ਹੋਰ ਲੋੜਾਂ ਨੇ ਉਹ ਪੂਰੀਆਂ ਕਰਨੀਆਂ ਬਹੁਤ ਔਖੀਆਂ ਸੀ। ਤੇ ਇਸ ਤਰ੍ਹਾਂ ਇੱਕ ਲਾਈਨ ਖਿੱਚ ਲੈਣੀ, ਉਹਦੇ ਤੇ ਅੱਖਰ ਇਸੇ ਤਰ੍ਹਾਂ ਲਗਾਤਾਰ ਲਿਖਦੇ ਜਾਣੇ। ਇਹ ਸਾਰੀਆਂ ਕਿਤਾਬਾਂ ਪੁਰਾਣੇ ਸਮੇਂ ਦੀਆਂ, ਜਦੋਂ ਆਪਾਂ GB ਸਿੰਘ ਦੀਆਂ ਪੁਰਾਤਨ ਬੀੜਾਂ ਬਾਰੇ ਕਿਤਾਬ ਪੜ੍ਹੀਏ ਤੇ ਉਹਦੇ ਵਿੱਚ ਉਹਨੇ ਸਾਰੇ ਹਵਾਲੇ ਦਿੱਤੇ ਹੋਏ ਨੇ। ਇਸੇ ਤਰ੍ਹਾਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਪੜ੍ਹੀਏ, ਇਹਦੇ ਵਿੱਚ ਸਾਰੇ ਹਵਾਲੇ ਵੀ ਦਿੱਤੇ ਹੋਏ ਨੇ
ਤੇ ਪੁਰਾਤਨ ਹੱਥ ਲਿਖਤਾਂ ਦੀਆਂ ਫੋਟੋਆਂ ਵੀ ਦਿੱਤੀਆਂ ਹੋਈਆਂ ਨੇ ਭਾਈ ਕਾਨ ਸਿੰਘ ਨਾਭਾ ਨੇ। ਤੇ ਉਥੋਂ ਸਾਨੂੰ ਪਤਾ ਲੱਗਦਾ ਕਿ ਉਦੋਂ ਪਰੰਪਰਾ ਇਸੇ ਤਰ੍ਹਾਂ ਦੀ ਚੱਲਦੀ ਸੀ। ਅੱਜ ਵਾਂਗੂ ਇਹ ਜਿਹੜਾ ਸਾਡਾ ਮਾਨਸਿਕ ਵਿਕਾਸ ਜਾਂ ਨਵੀਆਂ ਖੋਜਾਂ ਜਾਂ ਅੱਜ ਵਰਗੇ ਸਾਧਨ ਇਹ ਨਹੀਂ ਹੋਇਆ ਕਰਦੇ ਸੀ। ਇਹ ਤਾਂ ਜਿਹੜੇ ਟਕਸਾਲ ਵਾਲੇ ਜਾਂ ਡੇਰਿਆਂ ਵਾਲੇ ਇਹ ਪ੍ਰਚਾਰ ਕਰਦੇ ਨੇ ਕਿ ਅਸਲੀ ਤਾਂ ਗੁਰੂ ਗ੍ਰੰਥ ਸਾਹਿਬ ਉਹੀ ਹੈ ਜਿਹੜੇ ਜੁੜਿਆ ਹੋਇਆ ਭਾਵ ਕਿ ਲੜੀਵਾਰ ਹੈ। ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਤੇ ਬੋਲਣ ਲੱਗੇ ਜਦੋਂ ਉਚਾਰਨ ਕਰਦੇ ਹੋ ਉਦੋਂ ਫਿਰ ਵਿਸ਼ਰਾਮ ਕਿਉਂ ਦਿੰਦੇ ਹੋ ਤੁਸੀਂ? ਇਹਨਾਂ ਦੀਆਂ ਗਿਆਨੀ ਗੁਰਬਚਨ ਸਿੰਘ ਦੀ ਲਿਖੀ ਕਿਤਾਬ ਹੈ ਜਿਹੜੀ ਗੁਰਬਾਣੀ ਪਾਠ ਦਰਸ਼ਨ, ਉਹਨੇ 500-600 ਪੰਨੇ ਇਸੇ ਕੰਮ ਤੇ ਲਿਖੇ ਪਏ ਨੇ ਕਿ ਇੱਥੇ ਵਿਸ਼ਰਾਮ ਦਿਓ, ਇੱਥੇ ਉਚਾਰਨ ਏਦਾਂ ਕਰੋ। ਤੇ ਫਿਰ ਉਹ ਦੱਸਣ ਦੀ ਕੀ ਲੋੜ ਪਈ ਹੈ? ਜਿਵੇਂ ਲੋਕੀ ਕਰਦੇ ਨੇ ਕਰੀ ਜਾਣਦੇ। ਆਪ ਖੁਦ ਇਹ ਦੱਸ ਰਹੇ ਨੇ ਕਿ ਇੱਥੇ ਉਚਾਰਨ ਕਰਨ ਵਾਸਤੇ ਇਹ ਸ਼ਬਦ ਰੋਕਣਾ ਹੈ ਜਾਂ ਇੱਥੇ ਲਗਾਤਾਰ ਪੜ੍ਹਨਾ ਰੁਕਣਾ ਨਹੀਂ ਹੈ, ਇੱਥੇ ਅਧਕ ਲਾਉਣੀ ਹੈ, ਇੱਥੇ ਪੈਰ 'ਚ ਬਿੰਦੀ ਲਾਉਣੀ ਹੈ। ਆਪ ਇਹ ਮੰਨੀ ਜਾਂਦੇ ਨੇ ਆਪਣੀ ਕਿਤਾਬ ਦੇ ਵਿੱਚ, ਪਰ ਅਸਲ ਦੇ ਵਿੱਚ ਇਹਨਾਂ ਦਾ ਕਾਰਨ ਕੀ ਹੈ ਕਿ ਜਿਹੜਾ ਕੁਝ ਅਸੀਂ ਕਹਿੰਦੇ ਆ ਸਾਡੇ ਡੇਰੇ ਤੇ ਆਓ, ਸਾਡੇ ਕੋਲੋਂ ਗੱਲਾਂ ਸੁਣੋ, ਜਿਹੜਾ ਕੋਈ ਚੰਗਾ ਹੋਵੇ ਮਾੜਾ ਹੋਵੇ, ਜਿਹੜਾ ਅਸੀਂ ਚਲਾਵਾਂਗੇ ਉਹ ਕੰਮ ਕਰੋ ਤੇ ਬਾਕੀ ਕੋਈ ਆਪਣੀ ਮਰਜ਼ੀ ਨਾਲ ਖੋਜ ਨਾ ਕਰੋ। ਇਹ ਆਪਣੀ ਜਿਹੜਾ ਭਾਰ ਹੈ ਆਪਣੀ ਸਾਡੇ ਉੱਤੇ ਧਰਮ ਦਾ ਉਹ ਲੱਦ ਕੇ ਰੱਖਣਾ ਚਾਹੁੰਦੇ ਨੇ ਕਿ ਅਸੀਂ ਹੀ ਧਰਮੀ ਆ, ਅਸੀਂ ਹੀ ਵੱਡੇ ਖੋਜੀ ਆ। ਜਦੋਂ ਕਿ ਮਾਨਸਿਕ ਵਿਕਾਸ ਦੇ ਨਾਲ ਅੱਜ ਤਾਂ ਛਾਪਾਖਾਨਾ ਵੀ ਆ ਗਿਆ। ਇਹਦਾ ਮਤਲਬ ਛਾਪੇਖਾਨੇ ਨੂੰ ਆਪਾਂ ਨਾ ਮੰਨੀਏ ਫਿਰ? ਤੇ ਇਹ ਜਿਹੜੇ ਅੱਜ ਸੋਹਣੇ ਅੱਖਰ ਸਾਡੇ ਸਾਹਮਣੇ ਮੌਜੂਦ ਨੇ ਪੰਜਾਬੀ ਦੇ ਵਿੱਚ, ਇਹ ਇੱਕ ਹਿੰਦੂ ਵਿਦਵਾਨ ਧਨੀ ਰਾਮ ਚਾਤਰਕ ਦੇ ਘੜੇ ਹੋਏ ਨੇ। ਧਨੀ ਰਾਮ ਚਾਤਰਕ ਨੇ ਇਹ ਜਿਹੜੀ ਸੋਹਣੀ ਪੰਜਾਬੀ ਲਿਪੀ ਦੀ ਸ਼ਕਲ ਬਣਾਈ ਹੈ, ਉਹਨੇ ਸਾਰੇ ਕਿਤੇ ਉਦੋਂ ਪਹਿਚਾਈ ਤੇ ਬਾਕੀ ਜਿਹੜੇ ਵਿਦਵਾਨ ਸੀ ਉਹਨਾਂ ਨੇ ਸਹਿਮਤੀ ਦਿੱਤੀ ਕਿ ਇਦੋਂ ਸੋਹਣੇ ਅੱਖਰ ਅੱਜ ਤੱਕ ਹੋਰ ਕਿਸੇ ਨੇ ਨਹੀਂ ਤਿਆਰ ਕੀਤੇ। ਇਹਨਾਂ ਨੂੰ ਸਾਰੇ ਪੰਜਾਬੀਆਂ ਨੇ ਅਪਣਾ ਲਿਆ। ਅੱਜ ਉਹੀ ਅੱਖਰ ਸਾਰੇ ਪੰਜਾਬ 'ਚ ਛਾਪੇਖਾਨੇ 'ਚ ਉਹ ਚੱਲਦੇ ਆ ਰਹੇ ਨੇ। ਆਪਾਂ ਸੁੰਦਰਤਾ ਵਾਸਤੇ ਕੋਈ ਅੱਖਰ ਵਾਧਾ ਘਾਟਾ ਕਰ ਲਵੇ ਅਲੱਗ ਗੱਲ ਹੈ, ਪਰ ਬਹੁ ਗਿਣਤੀ ਲੋਕਾਂ ਨੇ ਇਹਨੂੰ ਅਪਣਾਇਆ। ਤੇ ਜਿਹੜੇ ਕਹਿੰਦੇ ਨੇ ਉਹੀ ਹੱਥ ਲਿਖਤ ਬੀੜ ਹੈ ਜਿਹੜੀ ਉਹੀ ਗੁਰੂ ਹੈ, ਤੇ ਫਿਰ ਤਾਂ ਇਹ ਵੀ ਮੰਨਣਾ ਪਵੇਗਾ ਜਿਹੜੀ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਤੋਂ ਹੱਥ ਨਾਲ ਲਿਖਵਾਈ ਸੀ, ਫਿਰ ਤਾਂ ਉਹੀ ਕੱਲੀ ਗੁਰੂ ਗ੍ਰੰਥ ਸਾਹਿਬ ਹੈ, ਹੋਰ ਤਾਂ ਹੈ ਨਹੀਂ ਕੋਈ ਵੀ। ਤੇ ਉਹਦਾ ਫਿਰ ਕੀ ਕਰਾਂਗੇ? ਫਿਰ 10ਵੇਂ ਪਾਤਸ਼ਾਹ ਨੇ ਜਿਹੜੇ ਹੋਰ ਬਾਣੀ 9ਵੇਂ ਪਾਤਸ਼ਾਹ ਦੀ ਕਿਹਾ ਜਾਂਦਾ ਕਿ ਸ਼ਾਮਿਲ ਕੀਤੀ, ਅਸਲ ਦੇ ਵਿੱਚ 9ਵੇਂ ਪਾਤਸ਼ਾਹ ਨੇ ਆਪੇ ਹੀ ਸ਼ਾਮਿਲ ਕੀਤੀ ਸੀ, ਪਰ ਪ੍ਰਚਲਿਤ ਹੈ ਕਿ ਇਸ ਤਰ੍ਹਾਂ ਹੋਇਆ ਤਾਂ ਫਿਰ ਉਸ ਬੀੜ ਨੂੰ ਆਪਾਂ ਗੁਰੂ ਮੰਨਾਂਗੇ। ਤੇ ਇੱਕ ਤਾਂ 5ਵੇਂ ਪਾਤਸ਼ਾਹ ਵਾਲੀ ਹੋ ਗਈ, ਇੱਕ 10ਵੇਂ ਪਾਤਸ਼ਾਹ ਵਾਲੀ ਹੋ ਗਈ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਅੱਜ ਜਿਹੜਾ ਕੋਈ ਸਾਡੇ ਸਾਹਮਣੇ ਸੁੰਦਰ ਰੂਪ 'ਚ ਆਇਆ, ਅੱਜ ਇਹਦੇ ਹੁਕਮਾਂ ਨੂੰ ਮੰਨ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਦੀ ਲੋੜ ਹੈ। ਇਹਨਾਂ ਜਿਹੜੇ ਵਾਹਿਆਤ ਐਵੇਂ ਸਮਾਂ ਖਰਾਬ ਕਰਨ ਦੇ ਜਿਹੜੇ ਗੱਲਾਂ ਨੇ, ਇਹਨਾਂ ਦੇ ਵਿੱਚ ਆਪਾਂ ਵਿਅਰਥ ਸਮਾਂ ਨਾ ਬਰਬਾਦ ਕਰੀਏ, ਬਲਕਿ ਖੋਜ ਦੇ ਕੰਮ ਜਿਹੜੇ ਹੋਰ ਚੰਗੇ ਨੇ ਉਹ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਰਥਾਂ ਸਮੇਤ ਵਧੀਆ ਢੰਗ ਨਾਲ ਆਵਾਜ਼ ਹੈ ਸਾਰੇ ਸਮਾਜ ਤੱਕ ਜਾਵੇ, ਤਾਂ ਕਿ ਦੁਨੀਆ ਦੀ ਜਿਹੜੀ ਗਿਣਤੀ ਹੈ ਉਹ ਵਧੇ ਤੇ ਗੁਰਬਾਣੀ ਨੂੰ ਪੜ੍ਹ ਕੇ ਹੈਰਾਨ ਹੋਵੇ ਕਿ ਇੰਨਾ ਕੁਝ ਵਧੀਆ ਗੁਰੂ ਨਾਨਕ ਨੇ ਕਿੰਨਾ ਸਮਾਂ ਪਹਿਲਾਂ ਲਿਖਿਆ ਪਿਆ ਸੀ, ਸਾਨੂੰ ਪਤਾ ਹੀ ਨਹੀਂ ਲੱਗਿਆ। ਤੋ ਇਸ ਤਰ੍ਹਾਂ ਪੰਜਾਬੀ ਬੋਲੀ ਨੂੰ ਵੀ ਜੇ ਬਚਾਇਆ ਤਾਂ ਗੁਰੂ ਸਾਹਿਬ ਨੇ ਬਚਾਇਆ, ਨਹੀਂ ਤਾਂ ਇਹ ਪੰਜਾਬੀ ਬੋਲੀ ਵੀ ਮਰਨ ਕਿਨਾਰੇ ਪਹੁੰਚੀ ਹੋਈ ਸੀ। ਇਹਦੇ ਵਿੱਚ ਗੁਰਬਾਣੀ ਲਿਖੀ ਤਾਂ ਇਹ ਗੁਰਬਾਣੀ ਲਿਖਣ ਕਰਕੇ ਤੇ ਸਾਡੇ ਘਰ ਘਰ ਇਹ ਬਾਣੀ ਦੇ ਉਤਾਰੇ ਪਹੁੰਚੇ। ਸਾਨੂੰ ਅੱਖਰ ਚੰਗੇ ਲੱਗੇ, ਸਾਨੂੰ ਇਹ ਵਿਚਾਰ ਚੰਗੀ ਲੱਗੀ, ਸਾਨੂੰ ਇਹਦੇ ਵਿੱਚ ਉਚਾਰਨ ਕੀਤਾ ਢੰਗ ਚੰਗਾ ਲੱਗਿਆ, ਅਸੀਂ ਇਹਨੂੰ ਅਪਣਾਇਆ ਤੇ ਇਹ ਨਵੇਂ ਸਿਰਿਓਂ ਸੰਸਕ੍ਰਿਤ ਦੇ ਅੱਗੇ ਹਾਰ ਚੁੱਕੀ ਬੋਲੀ ਤੇ ਅੱਜ ਦੁਬਾਰਾ ਸਾਰਿਆਂ ਤੇ ਹਾਵੀ ਬੋਲੀ ਹੈ। ਜੇ ਅਸੀਂ ਇਹਨੂੰ ਠੀਕ ਢੰਗ ਨਾਲ ਪੜ੍ਹੀਏ, ਵਿਚਾਰੀਏ ਅਤੇ ਆਪਣੇ ਘਰਾਂ 'ਚ ਲਾਗੂ ਕਰੀਏ। ਪਰ ਅਸੀਂ ਤਾਂ ਆਪ ਹੀ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਨੂੰ ਆਪਣੇ ਸਿਰ ਤੇ ਧਰੀ ਫਿਰਦੇ ਹਾਂ। ਆਪਣੇ ਅਨਪੜ੍ਹ ਬੰਦੇ ਵੀ ਅੰਗਰੇਜ਼ੀ ਦੇ ਵਿੱਚ ਵਿਆਹ ਦੇ ਕਾਰਡ ਛਪਾ ਰਹੇ ਨੇ ਤੇ ਸੱਦਾ ਪੱਤਰ ਛਪਾ ਰਹੇ ਨੇ। ਆਪਣੇ ਘਰਾਂ ਦੇ ਗੇਟਾਂ ਤੇ ਅਨਪੜ੍ਹ ਬੰਦੇ ਵੀ ਅੰਗਰੇਜ਼ੀ ਦੇ ਬੋਰਡ ਲਗਵਾਈ ਬੈਠੇ ਨੇ। ਗੁਰਮੁਖ ਪਿਆਰਿਓ, ਤੇ ਪੰਜਾਬੀ ਨੂੰ ਵੱਧ ਤੋਂ ਵੱਧ ਮਾਣ ਦਿਓ ਤੇ ਵੱਧ ਤੋਂ ਵੱਧ ਸਤਿਕਾਰ ਦਿਓ ਤੇ ਗੁਰਬਾਣੀ ਨੂੰ ਵੱਧ ਤੋਂ ਵੱਧ ਪੜ੍ਹੋ। ਇਹ ਜਿਹੜਾ ਲੜੀਵਾਰ ਹੈ ਕਿ ਪਦਛੇਦ ਹੈ, ਇਹਨਾਂ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਗੁਰਬਾਣੀ ਸਮਝ ਆਉਣੀ ਚਾਹੀਦੀ ਹੈ, ਇਹੋ ਹੀ ਸਭ ਤੋਂ ਉੱਤਮ। ਇੱਕ ਮੇਰੇ ਮਨ 'ਚ ਸਵਾਲ ਆਇਆ ਇੱਥੇ ਛੋਟਾ ਜਿਹਾ, ਤੇ ਜਿਹੜਾ ਤੁਸੀਂ ਲਾਲਾ ਧਨੀ ਰਾਮ ਚਾਤਰਿਕ ਦੀ ਗੱਲ ਕੀਤੀ ਹੈ ਬਾਪੂ ਜੀ, ਇਹ ਉਹੀ ਧਨੀ ਰਾਮ ਹੈ ਨਾ ਜਿਹਦੀਆਂ ਅਸੀਂ ਕਵਿਤਾਵਾਂ ਆਪਣੇ ਸਿਲੇਬਸ ਦੇ ਵਿੱਚ ਸਕੂਲ ਟਾਈਮ ਪੜ੍ਹਦੇ ਰਹੇ ਹਾਂ ਕਿ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਉਹੀ ਧਨੀ ਰਾਮ ਚਾਤਰਕ ਹੈ ਜਿਹਨੇ ਪੰਜਾਬੀ ਨੂੰ ਸਵਾਰਿਆ ਤੇ ਸ਼ਿੰਗਾਰਿਆ ਸੀ। ਉਹੀ ਧਨੀ ਰਾਮ ਚਾਤਰਕ ਹੈ, ਉਹੀ। ਬਹੁਤ ਧੰਨਵਾਦ ਜੀ। ਚਲੋ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ, ਕਿਉਂਕਿ ਅੱਧੇ ਘੰਟੇ ਦਾ ਸਾਡਾ ਐਪੀਸੋਡ ਹੋ ਚੁੱਕਿਆ ਹੈ। ਆਪ ਜੀ ਦਾ ਤਹਿ ਦਿਲੋਂ ਧੰਨਵਾਦ, ਤੇ ਉਹਨਾਂ ਸਾਰੇ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਵੱਲੋਂ ਇਹ ਸਵਾਲ ਭੇਜੇ ਗਏ ਨੇ। ਅਸੀਂ ਭੈਣਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਕਿ ਤੁਹਾਡੇ ਮਨਾਂ ਦੀਆਂ ਵੀ ਗੁਲਝਣਾ ਹੋਣਗੀਆਂ ਬਹੁਤ ਸਾਰੀਆਂ, ਤੇ ਤੁਸੀਂ ਵੀ ਆਪਣੇ ਸਵਾਲ ਸਾਡੇ WhatsApp ਨੰਬਰ ਤੇ ਜ਼ਰੂਰ ਭੇਜੋ, ਜੋ ਸਾਡੇ ਹਰ ਪ੍ਰੋਗਰਾਮ ਦੇ ਨਾਲ ਐਡ ਹੁੰਦਾ WhatsApp ਨੰਬਰ। ਉਹਦੇ ਤੇ ਬੋਲ ਕੇ, ਲਿਖ ਕੇ ਤੁਸੀਂ ਆਪਣਾ ਪ੍ਰੋਗਰਾਮ ਦੇ ਥਰੂ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਦੇ ਜਵਾਬ ਸੁਣ ਸਕਦੇ ਆ। ਤਤ ਗੁਰਮਤ ਗਿਆਨ YouTube ਚੈਨਲ ਦੇ ਜ਼ਰੀਏ ਇਹ ਪ੍ਰੋਗਰਾਮ ਤੁਸੀਂ ਹਰ ਹਫਤੇ ਸੁਣਦੇ ਹੋ, ਦੇਖਦੇ ਹੋ, ਤੇ ਬਾਪੂ ਜੀ ਦੇ ਨਾਲ ਰੂਬਰੂ ਵੀ ਹੁੰਦੇ ਹੋ। ਸੋ ਬਹੁਤ 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 ਧੰਨਵਾਦ ਇੱਕ ਵਾਰੀ ਫਿਰ। ਹੁਣ ਆਪਾਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।